सतनाम। धन वाहिगुरु साहिब जी। उठत सुखिया बैठत सुखिया, पौ नहीं लागे जा ऐसे बुझिया। राखा एक हमारा स्वामी, सगल कटा का अंतर जामी। सोए अचिंता जागे अचिंता, जहाँ कहाँ प्रभ तू वरतंता। घर सुख बसया बाहर सुख पाया, कहो नानक गुर मंत्र धरड़ाया। घर सुख बसया बाहर सुख पाया, कहो नानक गुर मंत्र धरड़ाया। परम सत्कार योग गुरु रूप गुरु प्यारी साध संगत जी, बड़े ही वडभागी हाँ। चवर छतर तख्त दे मालिक, वालिए कुल आलम हलत पलत ते राखे। लोक परलोक दे सहाई, धन धन श्री गुरु ग्रंथ साहिब जी दी पावन पवित्र गोद अंदर बैठन दा सुभाग समा प्राप्त होया है। धन धन श्री गुरु गोबिंद सिंह जी द्वारा उच्चारण की हुई बाणी, चंडी की वार वार श्री भगवती जी की पिछले 5 दिनों तो लड़ीवार गुरमत विचार चल रही है। इंटरनेट के माध्यम के राही देश विदेश दीयां संगतां इस विचारां दा लाहा प्राप्त कर रही ने। सो आओ कुछ कुछ समा मिल के सतगुरां जी दी पावन बाणी दी गुरमत विचार दी सांझ पाइए। जितने भी प्यार वाले सतसंगी जन, नाम जपन वालियां रूहां, नाम अभ्यासी रूहां, शरदा और भावना धारण करके साहिब जी दे दर ते नतमस्तक होए हाँ। सो प्यार सहित करो जी रसना पवित्र, सारे आखो जी वाहिगुरु जी का खालसा वाहिगुरु जी की फतेह। हुण तक आपां 32 पौड़ियां दी विचार सांझी कीती है। कल दे दीवाना अंदर सरवण किया सी, सुंभ तिन सुंभ जिहड़े बड़े ही वड्डे हंकारी दैंत ने, ये सारे राक्षसां नूं इकट्ठा करके ते सलाह करते हैं कि किवें ना किवें करके हुण आपां दुर्गा नूं फड़ के लैके आउणा है। ते 2 भरा ने जिहड़े बड़े महान बड़े तकड़े योधे ने। एक दा नाम है चंड, दूजे का नाम है मुंड।
ਚੰਡ ਤੇ ਮੁੰਡ ਦੋ ਬੜੇ ਮਹਾਨ ਸੈਨਾਪਤੀ ਹਨ, ਜਿਨ੍ਹਾਂ ਨੂੰ ਹਰਾਉਣਾ ਬੜਾ ਹੀ ਮੁਸ਼ਕਿਲ ਹੈ। ਇਨ੍ਹਾਂ ਦੋ ਰਾਖਸ਼ਾਂ ਦੇ ਕੋਲੋਂ ਵੱਡੇ ਵੱਡੇ ਇੰਦਰ ਵਰਗੇ ਦੇਵਤੇ ਵੀ ਹਾਰ ਖਾ ਕੇ ਤੇ ਲੁਕ ਕੇ ਬਹਿ ਗਏ ਸਨ ਤੇ ਇਹ ਸੋਚਣ ਲੱਗੇ ਕਿ ਫਿਰ ਦੁਰਗਾ ਸਾਡਾ ਕੀ ਵਿਗਾੜ ਸਕਦੀ ਹੈ। ਸ਼ਹਿਨਾਈਆਂ ਤੇ ਸੰਖ ਵਜਣੇ ਆਰੰਭ ਹੋ ਗਏ। ਚੰਡ ਤੇ ਮੁੰਡ ਆਪਣੀ ਸੈਨਾ ਲੈ ਕੇ ਤੇ ਜੰਗ ਦੇ ਮੈਦਾਨ ਦੇ ਅੰਦਰ ਪਹੁੰਚੇ ਨੇ ਤੇ ਦੁਰਗਾ ਦੇਵੀ ਵੀ ਹੱਥ ਵਿੱਚ ਧਨੁੱਖ ਫੜਿਆ ਹੋਇਆ ਸ਼ੇਰ ਦੀ ਸਵਾਰੀ ਕੀਤੀ ਹੋਈ ਹੈ ਤੇ ਤਰ ਤਰ ਕਰਕੇ ਤੇ ਤੀਰਾਂ ਚੱਲਦੀਆਂ ਪਈਆਂ ਨੇ। ਹੁਣ ਤੀਰਾਂ ਚੱਲਣੀਆਂ ਆਰੰਭ ਹੋਈਆਂ ਤੇ ਜਦੋਂ ਉਹ ਤੀਰਾਂ ਰਾਖਸ਼ਾਂ ਦੇ ਛਾਤੀਆਂ ਦੇ ਵਿੱਚ ਜਾ ਕੇ ਵੱਜੀਆਂ ਤੇ ਵੱਡੇ ਵੱਡੇ ਰਾਖਸ਼ ਢਹਿ ਢੇਰੀ ਹੋ ਗਏ ਤੇ ਹੁਣ ਸਾਰੇ ਪਾਸੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਖਰਕਾਰ ਚੰਡ ਤੇ ਮੁੰਡ ਦੁਰਗਾ ਦੇ ਸਾਹਮਣੇ ਆਏ। ਇਹ ਦੁਰਗਾ ਦੇਵੀ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਦੁਰਗਾ ਦੇਵੀ ਤੀਰਾਂ ਦੇ ਨਾਲ ਇਹਨਾਂ ਉੱਪਰ ਜਦੋਂ ਵਰਖਾ ਕਰਦੀ ਹੈ, ਬੁਛਾੜ ਕਰਦੀ ਹੈ, ਜਿਹੜੇ ਵੱਡੇ ਵੱਡੇ ਇਹ ਸੈਨਾਪਤੀ ਸਨ ਚੰਡ ਤੇ ਮੁੰਡ, ਜਿਵੇਂ ਅਸਮਾਨ ਦੇ ਵਿੱਚੋਂ ਤਾਰੇ ਡਿੱਗਦੇ ਆ ਨਾ, ਕਹਿੰਦੇ ਉਵੇਂ ਇਹਨਾਂ ਦੀ ਸੈਨਾ ਡਿੱਗਣੀ ਆਰੰਭ ਹੋ ਗਈ। ਜਿਵੇਂ ਅਸਮਾਨੀ ਬਿਜਲੀ ਕੜਕਣ ਦੇ ਨਾਲ ਵੱਡੇ ਵੱਡੇ ਪਰਬਤ ਗਿਰ ਜਾਂਦੇ ਨੇ, ਦੁਰਗਾ ਦੇਵੀ ਨੇ ਐਸੇ ਤੀਰਾਂ ਦੇ ਵਾਰ ਕੀਤੇ ਮਾਨੋ ਵੱਡੇ ਵੱਡੇ ਪਰਬਤ ਵੀ ਡਿੱਗ ਗਏ ਨੇ। ਆਖਰਕਾਰ ਇਹ ਦੋਨੇ ਚੰਡ ਔਰ ਮੁੰਡ ਇਹਨਾਂ ਦਾ ਵਿਨਾਸ਼ ਕਰ ਦਿੱਤਾ, ਵੱਧ ਕਰ ਦਿੱਤਾ। ਜਿਹੜੇ ਥੋੜ੍ਹੇ ਬਹੁਤ ਸੈਨਿਕ ਬਚੇ ਸਨ ਉਹ ਵਾਪਸ ਭੱਜ ਗਏ, ਦੌੜ ਗਏ ਤੇ ਜਾ ਕੇ ਸੁੰਭ ਤੇ ਨਿਸੁੰਭ ਨੂੰ ਆਖਣ ਲੱਗੇ, ਕਹਿੰਦੇ ਦੁਰਗਾ ਨੂੰ ਮਾਰਨਾ ਬੜਾ ਹੀ ਕਠਿਨ ਹੈ, ਬੜਾ ਹੀ ਔਖਾ ਹੈ, ਇਹਨੂੰ ਮਾਰਿਆ ਨਹੀਂ ਜਾ ਸਕਦਾ। ਹੁਣ ਉਹਨਾਂ ਦੇ ਬੋਲ ਸੁਣ ਕੇ ਸੁੰਭ ਤੇ ਨਿਸੁੰਭ ਬੜੇ ਕ੍ਰੋਧਿਤ ਹੋਏ ਨੇ। ਸੁੰਭ ਤੇ ਨਿਸੁੰਭ ਕ੍ਰੋਧਿਤ ਹੋਏ ਨੇ ਤੇ ਸਾਹਿਬ ਜੀ ਨੇ ਅੱਗੇ 33ਵੀਂ ਪੌੜੀ ਉਚਾਰਨ ਕੀਤੀ ਤੇ ਇਹਨਾਂ ਦਾ ਵਰਣਨ ਕੀਤਾ। ਸੁੰਭ ਨੇ ਸੁੰਭ ਰਸਾਏ ਮਾਰੇ ਦੈਤ ਸੁਣ। ਜਦੋਂ ਕਹਿੰਦੇ ਸੁੰਭ ਤੇ ਨਿਸੁੰਭ ਨੂੰ ਚੰਡ ਤੇ ਮੁੰਡ ਦੇ ਕਹਿੰਦੇ ਮਰਨ ਦਾ ਪਤਾ ਚੱਲਿਆ ਤੇ ਇਹ ਬੜੇ ਗੁੱਸੇ ਦੇ ਨਾਲ ਭਰ ਗਏ, ਬੜੇ ਇਹ ਕ੍ਰੋਧਿਤ ਹੋ ਗਏ। ਯੋਧੇ ਸਭ ਬੁਲਾਏ ਆਪਣੇ ਮਜਲਸੀ, ਇਹਨਾਂ ਨੇ ਮਜਲਸ ਕੀਤੀ, ਭਾਵ ਇਕੱਠ ਕੀਤਾ। ਇਕੱਠ ਦੇ ਵਿੱਚ ਆਪਣੇ ਵੱਡੇ ਵੱਡੇ ਨਾਮਵਰ ਯੋਧੇ ਬੁਲਾਏ। ਉਹ ਯੋਧੇ ਜਿਹੜੇ ਕਿਸੇ ਕੋਲੋਂ ਹਾਰ ਨਹੀਂ ਸਕਦੇ ਸਨ, ਉਹ ਯੋਧੇ ਜਿਹੜੇ ਸਦਾ ਆਪਣੀਆਂ ਛਾਤੀਆਂ ਮੂਹਰੇ ਕਰਕੇ ਤੇ ਲੜਨ ਵਾਸਤੇ ਤਿਆਰ ਰਹਿੰਦੇ ਨੇ, ਜਿਹੜੇ ਸੁੰਭ ਤੇ ਨਿਸੁੰਭ ਵਾਸਤੇ ਜਾਨ ਦੇਣ ਨੂੰ ਵੀ ਤਿਆਰ ਹੁੰਦੇ ਨੇ, ਉਹ ਵੱਡੇ ਯੋਧੇ ਬੁਲਾਏ ਗਏ। ਮਜਲਿਸ ਦੇ ਵਿੱਚ ਉਹ ਵੱਡੇ ਵੱਡੇ ਯੋਧੇ ਆਏ ਨੇ। ਹੁਣ ਕਹਿੰਦੇ ਉਹ ਯੋਧੇ ਜਦੋਂ ਆਏ ਨਾ, ਜੀਨੀ ਦਿਓ ਭਜਾਏ ਇੰਦਰ ਜਿਹਵੇ, ਇਹ ਕੋਈ ਸਧਾਰਨ ਯੋਧੇ ਨਹੀਂ, ਇਹ ਉਹ ਯੋਧੇ ਨੇ ਜਿਨ੍ਹਾਂ ਨੇ ਇੰਦਰ ਵਰਗੇ ਵੱਡੇ ਵੱਡੇ ਦੇਵਤਿਆਂ ਨੂੰ ਵੀ ਭਜਾ ਦਿੱਤਾ। ਭਾਵ ਜਿਨ੍ਹਾਂ ਤੋਂ ਡਰ ਕੇ ਇੰਦਰ ਅਮਰਾਵਤੀ ਛੱਡ ਕੇ ਤੇ ਕੈਲਾਸ਼ ਪਰਬਤ ਦੇ ਵਿੱਚ ਜਾ ਕੇ ਲੁਕ ਗਿਆ। ਇਹ ਉਹ ਮਹਾਨ ਯੋਧੇ ਹਨ। 23 ਮਾਰ ਗਿਰਾਏ ਪਲ ਵਿੱਚ ਦੇਵਤਾ। ਇਹੋ ਜਿਹੇ ਬਹਾਦਰ ਯੋਧਿਆਂ ਨੂੰ ਕਹਿੰਦੇ ਦੇਵੀ ਨੇ ਇੱਕ ਪਲ ਦੇ ਵਿੱਚ ਹੀ ਕਹਿੰਦੇ ਖਤਮ ਕਰ ਦਿੱਤਾ, ਇੱਕ ਮਿੰਟ ਦੇ ਵਿੱਚ ਹੀ ਕਹਿੰਦੇ ਇਹਨਾਂ ਨੂੰ ਖਤਮ ਹੀ ਕਰ ਦਿੱਤਾ। ਓਨੀ ਦਸਤੀ ਦਸਤ ਵਜਾਏ ਤਿੰਨਾ ਚਿੱਤ ਕਰ। ਜਿਸ ਵੇਲੇ ਸਭਾ ਵਿੱਚ ਚੰਡੀ ਦੀ ਗੱਲ ਚੱਲੀ ਤੇ ਜਦੋਂ ਉਹਨਾਂ ਨੇ ਚੰਡ ਤੇ ਮੁੰਡ ਦਾ ਵਰਣਨ ਕੀਤਾ ਕਿ ਕਿਵੇਂ ਚੰਡ ਤੇ ਮੁੰਡ ਰਾਖਸ਼ਾਂ ਨੂੰ ਦੇਵੀ ਦੁਰਗਾ ਨੇ ਖਤਮ ਕਰ ਦਿੱਤਾ, ਕਿਵੇਂ ਇਹਨਾਂ ਨੂੰ ਮਾਰ ਦਿੱਤਾ, ਭਾਵ ਇੱਕ ਦੇਵੀ ਨੇ ਇੱਕ ਔਰਤ ਨੇ ਇਹਨਾਂ ਰਾਖਸ਼ਾਂ ਦਾ ਖਾਤਮਾ ਕਰ ਦਿੱਤਾ। ਫਿਰ ਸਰਨਵਤ ਬੀਜ ਚਲਾਏ ਬੀੜੇ ਰਾਏ ਦੇ, ਤੇ ਕਹਿੰਦੇ ਫਿਰ ਸੁੰਭ ਨੇ ਸਰਨਵਤ ਬੀਜ ਨੂੰ ਬੁਲਾਇਆ।
ਸਰਨਵਤ ਬੀਜ ਇੱਕ ਉਹ ਯੋਧਾ ਸੀ, ਇੱਕ ਉਹ ਤਕੜਾ ਰਾਖਸ਼ ਸੀ ਜਿੰਦੀ ਬੂੰਦ ਖੂਨ ਦੀ ਧਰਤੀ ਤੇ ਡੁੱਲਣ ਦੇ ਨਾਲ ਉਹਨੇ ਹੋਰ ਯੋਧੇ ਪੈਦਾ ਹੋ ਜਾਂਦੇ ਸਨ। ਇਹਨੇ ਉਹੋ ਜਿਹੇ ਯੋਧੇ ਬੁਲਾ ਲਏ। ਇੱਥੇ ਮੈਂ ਫਿਰ ਸ਼ਬਦ ਦੇ ਵਿੱਚ ਵਰਣਨ ਕਰਦਾ ਜਾਵਾਂ, ਫਿਰ ਜ਼ਿਕਰਯੋਗ ਗੱਲਾਂ ਕਰਦੀਆਂ ਜਾਵਾਂ। ਇਹ ਤੇ ਇੱਕ ਰਾਖਸ਼ ਔਰ ਦੇਵਤਿਆਂ ਦੀ ਹੀ ਗੱਲ ਹੈ। ਇਹ ਤੇ ਇੱਕ ਵਾਰ ਹੈ ਜੋ ਸਤਿਗੁਰੂ ਜੀ ਨੇ ਬੀਰ ਰੱਸੀ ਹਿਸਾਬ ਦੇ ਨਾਲ ਸਾਡੇ ਸਾਹਮਣੇ ਰੱਖੀ। ਪਰ ਚੰਦੂ ਵਰਗਿਆਂ ਦਾ, ਸੁੰਨੀ ਮੁਸਲਮਾਨਾਂ ਦਾ ਇਹ ਮੰਨਣਾ ਸੀ ਕਿ ਜੇ ਕਿਤੇ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਕਤਰਾ ਖੂਨ ਦਾ ਧਰਤੀ ਦੇ ਉੱਪਰ ਡੁੱਲ ਗਿਆ ਨਾ ਤੇ ਉਹਨੇ ਸ਼ਹੀਦ ਹੋਰ ਪੈਦਾ ਹੋ ਜਾਣਗੇ। ਕੋਈ ਸ਼ੱਕ ਨਹੀਂ। 1606 ਈਸਵੀ ਦੇ ਵਿੱਚ ਇੱਕ ਕਤਰਾ ਖੂਨ ਦਾ ਧਰਤੀ ਦੇ ਉੱਪਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਡੁੱਲਿਆ ਤੇ ਉਹਨੇ ਹੀ ਹੋਰ ਅਨੇਕਾਂ ਸ਼ਹੀਦ ਹਰ ਰੋਜ਼ ਖੜੇ ਹੋਣ ਲੱਗ ਗਏ। ਤਾਂ ਕਰਕੇ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਆਖਿਆ ਜਾਂਦਾ ਹੈ, ਜਿਹੜੇ ਤੱਤੀ ਤਵੀ ਦੇ ਉੱਪਰ ਬਹਿ ਗਏ, ਸੀਸ ਦੇ ਉੱਪਰ ਤੱਤਾ ਰੇਤਾ ਤੱਕ ਵੀ ਪਵਾ ਲਿਆ, ਪਰ ਮੁੱਖੋਂ ਸੀ ਨਾ ਆਖੀ। ਸਾਈਂ ਮੀਹਾਂ ਮੀਰ ਜੀ ਵਰਗੇ ਵੀ ਤੱਤੇ ਹੋ ਗਏ ਨੇ। ਕਹਿੰਦੇ ਸਾਹਿਬਾ ਇੱਕ ਵਾਰੀ ਹੁਕਮ ਕਰਕੇ ਤੇ ਵੇਖੋ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ। ਪਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਸਾਈਂ ਜੀ ਜਿਹੜੀ ਸ਼ਹਾਦਤ ਦਾ ਜਾਮ ਅਸੀਂ ਪੀਣ ਲੱਗੇ ਹਾਂ ਇਹਦੇ ਵਿੱਚ ਤੁਸੀਂ ਦਖਲ ਅੰਦਾਜ਼ੀ ਨਾ ਕਰੋ। ਅਸੀਂ ਤੁਹਾਡੇ ਕੰਮਾਂ 'ਚ ਦਖਲ ਅੰਦਾਜ਼ੀ ਨਹੀਂ ਦਿੱਤੀ, ਤੁਸੀਂ ਸਾਡਿਆਂ 'ਚ ਨਾ ਕਰੋ। ਤੇ ਸਾਹਿਬ ਜੀ ਨੇ ਉਸ ਵਕਤ ਬਚਨ ਆਖੇ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਤੇਰਾ ਕੀਆ ਹੋਇਆ ਇਹ ਪਰਮਾਤਮਾ ਸਾਨੂੰ ਮਿੱਠਾ ਲੱਗਦਾ ਹੈ। ਭਾਵ ਕਦੇ ਵੀ ਪਰਮਾਤਮਾ 'ਤੇ ਸ਼ੰਕਾ ਨਹੀਂ ਕੀਤਾ, ਕਦੇ ਵੀ ਪਰਮਾਤਮਾ 'ਤੇ ਰੋਸ ਨਹੀਂ ਕੀਤਾ। ਦੇਖੋ ਇੱਕ ਸੂਰਮੇ ਉੱਥੇ ਪੈਦਾ ਹੋਏ ਨੇ ਜਿੱਥੇ ਇੱਕ ਰਾਖਸ਼ ਦੇ ਫੱਟ ਵੱਜਦਾ, ਪਰ ਦੂਜੇ ਪਾਸੇ ਇੱਕ ਉਹ ਸ਼ਹੀਦ ਪੈਦਾ ਹੁੰਦੇ ਨੇ ਜਿਨ੍ਹਾਂ ਨੇ ਬਸ ਇਹ ਹੀ ਧਾਰ ਰੱਖਿਆ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਜਿਨ੍ਹਾਂ ਨੂੰ ਪਤਾ ਸੀ ਜੇ ਜੀ ਕੇ ਇੱਜ਼ਤ ਹੀ ਨਾ ਰਹਿ ਗਈ, ਜੇ ਜੀ ਕੇ ਸਿੱਖੀ ਨਾ ਸਾਂਭ ਸਕੇ ਤੇ ਫਿਰ ਇਹੋ ਜਿਹੇ ਸਰੀਰ ਦਾ ਕਰਨਾ ਹੀ ਕੀ ਹੈ, ਕੀ ਕਰਨਾ ਹੈ। ਕਿਉਂਕਿ ਸਾਹਿਬ ਜੀ ਨੇ ਫਰਮਾਇਆ ਨਾ, ਇਹ ਸਰੀਰਾ ਮੇਰਿਆ इस जग में आए कै क्या तुद कर्म कमाया, के कर्म कमाया तुद शरीरा जा तू जग में आया। जिन हर तेरा रचन रचिया सो हर मन ना वसाया। गुर प्रसादी हर मन वसिया पूरब लिखिया पाया। कह नानक यह शरीर प्रवान होवा जिन सतगुर स्यों चित लाया। जिन्हें सतगुर दे नाल चित लाया ना ਉਹ ਸਰੀਰ ਕਹਿੰਦੇ ਪ੍ਰਵਾਨ ਹੋ ਗਿਆ। ਤੇ ਜਿਹੜੇ ਸਤਿਗੁਰ ਤੋਂ ਬੇਮੁਖ ਹੋ ਗਏ ਨੇ, ਜਿਹੜੇ ਸਤਿਗੁਰ ਤੋਂ ਦੂਰ ਹੋ ਗਏ ਨੇ, ਫਿਰ ਕਹਿੰਦੇ ਉਹਨਾਂ ਨੇ ਠੋਕਰਾਂ ਵੀ ਦਰ ਦੀਆਂ ਖਾਧੀਆਂ ਨੇ। ਉਹਨਾਂ ਦੀ ਹਾਲਤ ਤੇ ਉਸ ਕੁੱਤੇ ਦੇ ਵਰਗੀ ਜਿਹੜਾ ਕੁੱਤਾ ਕਦੇ ਆਪਦੇ ਮਾਲਕ ਦਾ ਵਫਾਦਾਰ ਨਹੀਂ ਬਣਿਆ, ਭਾਵ ਉੱਦਾਂ ਦੀ ਹਾਲਤ। ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਸਿੱਖੀ ਦੇ ਅੰਦਰ ਬੜੇ ਸ਼ਖਸ ਐਸੇ ਪੈਦਾ ਹੋ ਗਏ ਨੇ ਜਿਹੜੇ ਆਪਦੇ ਆਪ ਨੂੰ ਵਿਦਵਾਨ ਕਹਾਉਂਦੇ ਨੇ, ਜਿਨ੍ਹਾਂ ਨੂੰ ਵਿਦਵਾਨ ਆਖਿਆ ਜਾਂਦਾ ਹੈ। ਪਰ ਵਿਦਵਾਨ ਤੇ ਕਹਾਉਂਦੇ ਨੇ, ਅੱਜ ਉਹਨਾਂ ਦੀ ਹਾਲਤ ਵੀ ਉਸ ਪਾਲਤੂ ਕੁੱਕਰ ਦੇ ਵਰਗੀ ਹੈ ਜਿਹੜਾ ਦਰ ਦੀਆਂ ਠੋਕਰਾਂ ਖਾ ਰਿਹਾ ਆਪਦੇ ਮਾਲਕ ਨੂੰ ਛੱਡ ਕੇ। ਆਪਦੇ ਮਾਲਕ ਨੂੰ ਛੱਡ ਕੇ ਅਜੇ ਦਰ ਦੀਆਂ ਠੋਕਰਾਂ ਮਿਲਦੀਆਂ ਪਈਆਂ ਨੇ। ਅੱਜ ਹਾਲਤ ਇੱਦਾਂ ਦੀ ਬਣੀ ਪਈ ਹੈ। ਆਪਣੇ ਸਾਈਂ ਨੂੰ ਛੱਡ ਕੇ ਤੇ ਅਸੀਂ ਹੋਰ ਕਿਤੇ ਫਿਰਦੇ ਹਾਂ। ਅਸੀਂ ਪ੍ਰਚਾਰ ਕਰਨਾ ਸੀ ਸਿੱਖੀ ਦਾ, ਅਸੀਂ ਪ੍ਰਚਾਰ ਕਰਨਾ ਸੀ ਗੁਰੂ ਦੇ ਸਿਧਾਂਤਾਂ ਦਾ, ਅਸੀਂ ਸਮਝਾਉਣਾ ਸੀ ਗੁਰੂ ਦੇ ਬਾਰੇ ਕਿ ਸਾਡੇ ਗੁਰੂ ਨੇ ਕਿਹੜੇ ਕਿਹੜੇ ਪੂਰਨੇ ਪਾਏ। ਪਰ ਅੱਜ ਸੱਚ ਇਹ ਜਾਣਨਾ, ਅੱਜ ਅਖੌਤੀ ਵਿਦਵਾਨਾਂ ਵੱਲੋਂ ਗੁਰੂ ਸਾਹਿਬ 'ਤੇ ਵੀ ਕਿੰਤੂ ਪਰੰਤੂ ਸ਼ੁਰੂ ਹੋ ਗਏ। ਅੱਜ ਇਹਨਾਂ ਦੇ ਦੀਵਾਨ ਨੇ ਜਿਹੜੇ ਸਾਰੇ ਇਹ ਮਹਾਂਪੁਰਸ਼ਾਂ ਦੀਆਂ ਨਿੰਦਿਆ ਕਰਨ ਦੇ ਵਿੱਚ ਹੀ ਬਤੀਤ ਹੋ ਜਾਂਦੇ ਨੇ। ਸਾਰਾ ਸਮਾਂ ਇਹਨਾਂ ਦਾ ਨਿੰਦਿਆ ਕਰਨ ਵਿੱਚ ਹੀ ਲੰਘ ਜਾਂਦਾ ਹੈ। ਇਸੇ ਕਰਕੇ ਇਹਨਾਂ ਦਾ ਜਿਹੜਾ ਜੀਵਨ ਹੈ ਉਹ ਤ੍ਰਿਗ ਹੋ ਗਿਆ। ਤੇ ਸਾਹਿਬ ਜੀ ਕਹਿੰਦੇ ਤ੍ਰਿਗ ਤਿਨਾ ਕਾ ਜੀਵਿਆ ਜੋ ਲਿਖ ਲਿਖ ਵੇਚਿਆ ਨਾਉ,
ਖੇਤੀ ਜਿੰਨ ਕੀ ਉਜੜੈ ਖਲਵਾੜੇ ਕਿਆ ਥਾਂ। ਕਹਿੰਦੇ ਇਹਨਾਂ ਦਾ ਤਾਂ ਆਪਦਾ ਖੇਤ ਉਜੜਿਆ ਹੋਇਆ, ਇਹਨਾਂ ਨੂੰ ਕਿੱਥੇ ਥਾਂ ਮਿਲਣੀ। ਇਹ ਤੇ ਖੁਦ ਮਾਲਕ ਦੇ ਨਾਮ ਦਾ ਸਹਾਰਾ ਲੈ ਕੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲੈ ਕੇ ਤੇ ਅੱਬ ਦੀਆਂ ਰੋਟੀਆਂ ਪਕਾਉਂਦੇ। ਮੈਂ ਕੱਲ੍ਹ ਵੀ ਇੱਕ ਪ੍ਰਚਾਰਕ ਦਾ ਨਾਮ ਲਿਆ ਸੀ। ਉਹ ਪ੍ਰਚਾਰਕ ਆਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰਦਾ ਅਤੇ ਲੋਕਾਂ ਨੂੰ ਕਹਿੰਦਾ ਕਿ ਇਹ ਦੁਕਾਨਾਂ ਚਲਾਈਆਂ ਹੋਈਆਂ ਨੇ, ਮਹਾਂਪੁਰਸ਼ਾਂ ਦੇ ਉੱਪਰ ਕਿੰਤੂ ਪਰੰਤੂ ਉਂਗਲਾਂ ਖੜੀਆਂ ਕੀਤੀਆਂ ਜਾਂਦੀਆਂ। ਭਾਵ ਕਿੱਦਾਂ ਦੇ ਹਾਲਾਤ ਬਣ ਗਏ ਸਾਡੇ। ਸਟੇਜਾਂ ਦੇ ਉੱਪਰ ਭੱਦੀ ਸ਼ਰਦਾਵਲੀ ਵਰਤੀ ਜਾਂਦੀ ਹੈ। ਸ਼੍ਰੀਮਾਨ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ ਨੂੰ ਅਸੀਂ ਕਰਨੀ ਵਾਲੇ ਮਹਾਂਪੁਰਸ਼ ਕਹਿ ਸਕਦੇ ਹਾਂ, ਸਤਿਕਾਰਯੋਗ ਹਸਤੀ ਕਹਿ ਸਕਦੇ ਹਾਂ। ਨਾਮ ਰੰਗ ਵਿੱਚ ਰੰਗੀ ਹੋਈ ਰੂਹ ਹੈ, ਪਰ ਕਮਾਲ ਕਰ ਦਿੱਤੀ ਇਹਨਾਂ ਖੋਤੀ ਪ੍ਰਚਾਰਕਾਂ ਨੇ। ਉਹਨਾਂ ਨੂੰ ਵੀ ਸਟੇਜਾਂ ਦੇ ਉੱਪਰ ਭੰਡ ਰਹੇ ਨੇ, ਬਲਕਿ ਜਿਹੜੀ ਉਹਨਾਂ ਦੀ ਸ਼ਰਦਾਵਲੀ ਉਹਨਾਂ ਦੇ ਬੱਚਿਆਂ ਪ੍ਰਤੀ ਹੈ ਉਹ ਬੜੀ ਨਿੰਦਣਯੋਗ ਸ਼ਰਦਾਵਲੀ ਸੀ। ਭਾਵੇਂ ਇੱਦਾਂ ਦੀ ਸ਼ਰਦਾਵਲੀ ਨਹੀਂ ਵਰਤਣੀ ਚਾਹੀਦੀ। ਪ੍ਰਚਾਰ ਕਰੀਏ, ਹਾਂ, ਹਰ ਇੱਕ ਨੂੰ ਹੱਕ ਹੈ ਉਹ ਆਪਣੀ ਬੁੱਧੀ ਅਨੁਸਾਰ, ਕਿਉਂਕਿ ਪੜ੍ਹਦੇ ਆ ਨਾ ਗੁਰੂ ਦਸ਼ਮੇਸ਼ ਪਿਤਾ ਜੀ ਦਾ ਬਚਨ, ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਏ ਤੇਤੀ। ਹਰ ਇੱਕ ਇਨਸਾਨ ਆਪਣੀ ਬੁੱਧੀ ਦੇ ਅਨੁਸਾਰ ਗੁਰਬਾਣੀ ਨੂੰ ਸਮਝਣ ਦਾ, ਵਿਚਾਰਨ ਦਾ ਅਤੇ ਦੱਸਣ ਦਾ ਯਤਨ ਕਰਦਾ ਹੈ। ਇਸੇ ਕਰਕੇ ਸਾਨੂੰ ਇਹ ਹੱਕ ਨਹੀਂ ਅਸੀਂ ਕਿਸੇ ਦੇ ਉੱਪਰ ਕਿੰਤੂ ਪਰੰਤੂ ਕਰੀਏ। ਠੀਕ ਹੈ, ਅਸੀਂ ਜਿੱਦਾਂ ਸਮਝੇ ਅਸੀਂ ਸਮਝਾਈਏ, ਪਰ ਹਰ ਰੋਜ਼ ਕਿਸੇ 'ਤੇ ਕਿੰਤੂ ਪਰੰਤੂ ਕਰਨਾ, ਸ਼ੰਕਾ ਕਰਨਾ, ਇਹ ਚੰਗੀ ਗੱਲ ਨਹੀਂ ਹੈ, ਇਹ ਸਿਆਣਪ ਨਹੀਂ। ਇੱਥੋਂ ਪਤਾ ਚੱਲਦਾ ਕਿ ਸਾਡੀ ਅਕਲ ਦਾ ਜਨਾਜ਼ਾ ਨਿਕਲਿਆ ਹੋਇਆ। ਭਾਵੇਂ ਸਾਨੂੰ ਕਦੇ ਵੀ ਕਿਸੇ ਲਈ ਇੱਦਾਂ ਦਾ ਸ਼ਬਦ ਨਹੀਂ ਵਰਤਣਾ ਚਾਹੀਦਾ, ਪਰ ਅਸੀਂ ਪਤਾ ਨਹੀਂ ਕਿਹੜੇ ਸਿਧਾਂਤਾਂ ਦੀ ਗੱਲ ਕਰਨਾ ਚਾਹੁੰਦੇ ਹਾਂ, ਅਸੀਂ ਕਿਹੜਾ ਪ੍ਰਚਾਰ ਕਰਨਾ ਚਾਹੁੰਦੇ। ਉਹਨਾਂ ਵਿਦਵਾਨਾਂ ਨੂੰ ਮੇਰਾ ਇੱਕ ਅੱਗੋਂ ਫਿਰ ਸਵਾਲ ਵੀ ਹੈ। ਦੇਖੋ, ਜੇ ਇੱਕ ਬਾਗ ਹੋਵੇ ਨਾ, ਇੱਕ ਬਾਗ ਦੇ ਅੰਦਰ ਕੱਲੀਆਂ ਟਾਹਣੀਆਂ ਹੀ ਹੋਣ, ਪੌਦੇ ਲੱਗੇ ਹੋਣ, ਪਰ ਫੁੱਲ ਨਾ ਹੋਣ, ਤਾਂ ਉਹ ਬਾਗ ਸੋਹਣਾ ਨਹੀਂ ਲੱਗਦਾ। ਅਤੇ ਜੇ ਬਾਗ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੰਡੇ ਹੁੰਦੇ ਨੇ, ਕੋਈ ਗੁਲਾਬ ਦਾ ਫੁੱਲ, ਕੋਈ ਗੇਂਦੇ ਦਾ ਫੁੱਲ, ਕੋਈ ਚਮੇਲੀ ਦਾ ਫੁੱਲ, ਕੋਈ ਸੂਰਜਮੁਖੀ ਦਾ ਫੁੱਲ, ਭਾਵ ਵੱਖਰੇ ਵੱਖਰੇ ਫੁੱਲ, ਅਤੇ ਉਹ ਵੱਖਰੇ ਵੱਖਰੇ ਫੁੱਲ ਹੋਣੇ ਚਾਹੀਦੇ ਨੇ, ਅਤੇ ਵੱਖਰੇ ਵੱਖਰੇ ਫੁੱਲ ਹੀ ਨਿਸ਼ਾਨੀ ਹੁੰਦੇ ਨੇ, ਅਤੇ ਉੱਥੋਂ ਬਾਗ ਦੀ ਸ਼ੋਭਾ ਵੱਧਦੀ ਹੈ। ਠੀਕ ਸਾਡੀਆਂ ਵੱਖਰੀਆਂ ਵੱਖਰੀਆਂ ਸੰਪਰਦਾਵਾਂ, ਕੋਈ ਨਾਮਧਾਰੀ ਸੰਪਰਦਾ, ਕੋਈ ਰਾੜਾ ਸਾਹਿਬ ਸੰਪਰਦਾ, ਕੋਈ ਨਾਨਕਸਰ ਸੰਪਰਦਾ, ਕੋਈ ਨੀਲਧਾਰੀ ਸੰਪਰਦਾ, ਕੋਈ ਨਿਰਮਲੇ ਸੰਪਰਦਾ, ਕੋਈ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੀ ਸੰਪਰਦਾ, ਕੋਈ ਬਾਬਾ ਬਿਧੀ ਚੰਦ ਦੇ ਨਾਮ 'ਤੇ ਉੱਪਰ ਬਣੀ ਹੋਈ ਸੰਪਰਦਾ, ਕਿਤੇ ਸਾਡੀ ਦਮ ਦਮੀ ਟਕਸਾਲ, ਕਿਤੇ ਸਾਡੇ ਮਿਸ਼ਨਰੀ ਕਾਲਜ। ਇਹ ਸਾਰੇ ਦੇ ਸਾਰੇ ਇੱਕ ਉਸ ਬਾਗ ਦੇ ਵਿੱਚ ਖਿੰਡੇ ਹੋਏ ਵੱਖਰੇ ਵੱਖਰੇ ਫੁੱਲ ਨੇ, ਜਿਹੜੇ ਵੱਖਰੇ ਵੱਖਰੇ ਢੰਗ ਦੇ ਨਾਲ ਮਹਿਕ ਦੇ ਰਹੇ ਨੇ। ਸਾਰਿਆਂ ਦਾ ਕੰਮ ਹੈ ਕੇਵਲ ਔਰ ਕੇਵਲ ਗੁਰੂ ਸਿਧਾਂਤਾਂ ਦੇ ਨਾਲ ਜੋੜਨਾ, ਗੁਰਬਾਣੀ ਨਾਲ ਜੋੜਨਾ, ਗੁਰੂਆਂ ਦੇ ਇਤਿਹਾਸ ਨਾਲ ਜੋੜਨਾ। ਪਰ ਕਮਾਲ ਦੀ ਗੱਲ ਹੈ, ਅੱਜ 4 ਪੜ੍ਹੇ ਸਾਡੇ ਵਿਦਵਾਨ ਸੱਜਣ ਸੂਰਜ ਪ੍ਰਕਾਸ਼ ਗ੍ਰੰਥਾਂ ਦੇ ਉੱਪਰ ਕਿੰਤੂ ਪਰੰਤੂ ਕਰਨ ਲੱਗ ਜਾਂਦੇ ਨੇ, ਦਸਮ ਬਾਣੀ ਦੇ ਉੱਪਰ ਕਿੰਤੂ ਪਰੰਤੂ ਕਰਨ ਲੱਗ ਜਾਂਦੇ ਨੇ। ਇੱਥੇ ਤੱਕ ਕਿ ਗੁਰੂ ਮਹਾਰਾਜ ਨੂੰ ਵੀ ਇੱਕ ਸਧਾਰਨ ਜੇ ਇਨਸਾਨ ਆਖ ਦਿੱਤਾ ਜਾਂਦਾ। ਗੁਰੂ ਦੀ ਤੁਲਨਾ ਵੀ ਅਸੀਂ ਇੱਕ ਸਧਾਰਨ ਜੇ ਇਨਸਾਨਾਂ ਨਾਲ ਕਰ ਦਿੰਦੇ ਹਾਂ। ਸਧਾਰਨ ਉਹ ਰੇਡੀਓ ਵਿਰਸੇ ਵਾਲਿਓ, ਉਹ ਢੱਡਰੀਆਂ ਵਾਲਿਓ, ਇਸ ਗੱਲ ਨੂੰ ਧਿਆਨ ਵਿੱਚ ਰੱਖੋ। ਤੁਸੀਂ ਕੀ ਸਾਬਿਤ ਕਰਨਾ ਚਾਹੁੰਦੇ ਹੋ? ਜੇ ਹੈ ਦਮ ਤੇ ਬਦਲ ਕੇ ਵਿਖਾਵੋ, ਫਿਰ ਤੁਸੀਂ ਕੁਝ ਨਹੀਂ ਕਰ ਸਕਦੇ। ਤੁਸੀਂ ਕਮਰਿਆਂ ਦੇ ਵਿੱਚ ਬਹਿ ਕੇ ਰੌਲਾ ਪਾਉਣ ਜੋਗੇ ਹੋ, ਤੁਸੀਂ ਉੱਚੀ ਉੱਚੀ ਰੌਲਾ ਪਾਉਣ ਜੋਗੇ ਹੋ, ਤੁਸੀਂ 10-10 ਰੁਪਏ ਪੇਟੀਐਮ ਦੇ ਨਾਲ ਇਕੱਠੇ ਕਰਨ ਵਾਲੇ ਹੋ। ਬਸ ਇਸ ਤੋਂ ਉੱਪਰ ਤੁਹਾਡੇ ਕੋਲੋਂ ਕੁਝ ਨਹੀਂ ਹੋ ਸਕਦਾ। ਤੁਸੀਂ ਇਸ ਤੋਂ ਉੱਤੇ ਕੁਝ ਨਹੀਂ ਕੀਤਾ। ਮੈਂ ਸੰਗਤ ਨੂੰ ਵੀ ਬੇਨਤੀ ਕਰਦਾ, ਸੰਗਤ ਜੀ ਇਹੋ ਜਿਹੇ ਖੋਤੀ ਵਿਦਵਾਨਾਂ ਤੋਂ ਬਚ ਜਾਵੋ। ਕਰਨੀ ਵਾਲੇ ਮਹਾਂਪੁਰਸ਼ਾਂ ਦੇ ਤਾਂ ਚਰਨਾਂ ਦੀ ਧੂੜੀ ਵੀ ਮਿਲ ਜਾਏ ਨਾ, ਤੇ ਸਾਡਾ ਜੀਵਨ ਸਵਰ ਜਾਏ, ਸਾਡਾ ਜੀਵਨ ਸਫਲਾ ਹੋ ਜਾਏ। ਪਰ ਅਸੀਂ ਅੱਜ ਬੇਮੁਖ ਹੁੰਦੇ ਜਾ ਰਹੇ ਹਾਂ, ਅੱਜ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਮਹਾਂਪੁਰਸ਼ਾਂ ਤੋਂ। ਅੱਜ ਇਹ ਅਖੋਤੀ ਲੋਕ ਸਾਡੀ ਸਿੱਖੀ ਦੇ ਵਿੱਚ ਆ ਕੇ ਤੇ ਸਾਡੀ ਸਿੱਖੀ ਦੀਆਂ ਜੜ੍ਹਾਂ ਨੂੰ ਕਮਜ਼ੋਰ ਲੱਗਣ ਹੋਏ ਨੇ। ਕਿਉਂਕਿ ਪਤਾ ਹੈ ਜੇ ਪੱਤੇ ਝੜ ਜਾਣਗੇ, ਜੇ ਟਾਹਣਾ ਵੱਢ ਦਿੱਤਾ ਜਾਏਗਾ, ਜੇ ਜੜ ਹਰੀ ਭਰੀ ਹੈ ਤਾਂ ਫਿਰ ਉੱਪਰ ਦਰਖਤ ਪੈਦਾ ਹੋ ਜਾਏਗਾ। ਪਰ ਅੱਜ ਇਹ ਲੋਕ ਸਿੱਖੀ ਦਾ ਭੇਖ ਧਾਰਨ ਕਰਕੇ ਤੇ ਸਿੱਖੀ ਦੀਆਂ ਜੜ੍ਹਾਂ ਖਤਮ ਕਰਨ ਵਾਸਤੇ ਲੱਗੇ ਹੋਏ ਨੇ। ਪਰ ਅੱਜ ਸਾਡੇ ਨੌਜਵਾਨ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਪਏ। ਅਸੀਂ ਲੋਕ ਇਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਤੇ ਆਪਣੀ ਵਿਚਾਰ ਚਲਦੀ ਪਈ ਸੀ, ਆਪਣਾ ਕਨਸੈਪਟ ਸੀ ਚੰਡੀ ਦੀ ਵਾਰ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ। ਦੇਖੋ, ਇੱਕ ਸ਼ਹੀਦ ਉੱਥੇ ਪੈਦਾ ਹੁੰਦੇ ਨੇ ਜਿੱਥੇ ਕੋਈ ਔਲੀਆ ਪੁਰਖ ਅਵਤਾਰ ਆਪਣੀ ਸ਼ਹਾਦਤ ਦਿੰਦਾ।
ਸ਼ਹੀਦ ਉੱਥੇ ਵੀ ਪੈਦਾ ਹੋ ਰਹੇ ਨੇ, ਦੂਜੇ ਪਾਸੇ ਰਾਖਸ਼ ਵੀ ਨੇ, ਕਿਉਂਕਿ ਇਹਨਾਂ ਨੇ ਵੀ ਤੇ ਆਪਣਾ ਕੰਮ ਕਰਨਾ। ਆਪਣੇ ਵਰਗੇ ਕਈ ਭੇਖੀ ਰੰਗ ਬਰੰਗੇ ਕੱਪੜਿਆਂ ਵਾਲੇ ਬਣਾਏ ਹੋਏ ਨੇ, ਕਈ ਨੇ ਜਿਹੜੇ ਆਪੋ ਆਪਣੀ ਮਤਾਂ ਦਾ ਵੀ ਪ੍ਰਚਾਰ ਕਰਦੇ ਨੇ। ਸਾਹਿਬ ਜੀ ਕਹਿੰਦੇ ਫਿਰ ਸਰਨਵਤ ਬੀਜ ਚ ਲਾਏ ਬੀੜੇ ਰਾਏ ਦੇ, ਕਹਿੰਦੇ ਸੁੰਭ ਨੇ ਫਿਰ ਸਰਨਵਤ ਬੀਜ ਨੂੰ ਕਹਿੰਦੇ ਆਪਣੇ ਕੋਲ ਬੁਲਾਇਆ, ਉਹਨੂੰ ਪਾਨਾਂ ਦੇ ਬੀੜੇ ਦਿੱਤੇ। ਪਾਨਾਂ ਦੇ ਬੀੜੇ ਹੁੰਦੇ ਨੇ ਜਿਵੇਂ ਕੋਈ ਭੋਜਨ ਛਕਦਾ, ਸਾਡੇ ਘਰੇ ਪ੍ਰਸ਼ਾਦਾ ਛਕਦਾ ਨਾ, ਅਸੀਂ ਫਿਰ ਉਹਨੂੰ ਦੰਦ ਕਸਾਈ ਦਿੰਦੇ ਹਾਂ, ਭਾਵ ਕੁਝ ਕੁਦਰਸ਼ਨੀ ਭੇਟਾ ਦਿੱਤੀ ਜਾਂਦੀ ਹੈ, ਉਹਨੂੰ ਅਸੀਂ ਬੀੜੇ ਕਹਿੰਦੇ ਹਾਂ। ਦੰਦਾਂ ਦੇ ਬੀੜੇ ਦੇਣੇ। ਸੰਝ ਪਟੇਲਾ ਪਾਏ ਚਿਲਕਤ ਟੋਪੀਆਂ, ਕਹਿੰਦੇ ਇਹ ਜਿਹੜਾ ਸਰਨਵਤ ਬੀਜ ਹੈ ਇਹਦਾ ਨਾਮ ਰਕਤ ਬੀਜ ਕਰਕੇ ਵੀ ਆਇਆ। ਕਹਿੰਦੇ ਇਹਨੂੰ ਆਪਦੇ ਆਪ ਨੂੰ ਲੋਹੇ ਦੀ ਸੰਜੋਤ ਦੇ ਵਿੱਚ ਢੱਕ ਲਿਆ, ਆਪਣੇ ਸਰੀਰ ਨੂੰ ਸਾਰਾ ਕਹਿੰਦੇ ਲੋਹੇ ਦੇ ਨਾਲ ਢੱਕਿਆ ਹੋਇਆ, ਚੰਗੀ ਤਰ੍ਹਾਂ ਕਹਿੰਦੇ ਆਪਣੇ ਸਰੀਰ ਉੱਪਰ ਲੋਹਾ ਪਾ ਲਿਆ, ਸਿਰ ਦੇ ਉੱਪਰ ਟੋਪੀ ਪਾ ਲਈ, ਤਾਂ ਜੋ ਕਿਸੇ ਪਾਸੋਂ ਵੀ ਦੁਰਗਾ ਮੇਰੇ ਉੱਪਰ ਵਾਰ ਨਾ ਕਰ ਸਕੇ, ਮੈਂ ਕਿਸੇ ਵੱਲੋਂ ਵੀ ਮਰਾਂ ਨਾ। ਲੁੱਝਣ ਨੋ ਅਰੜਾਏ ਰਾਖਸ਼ ਰੋਹਲੇ, ਤੇ ਕਹਿੰਦੇ ਇਹ ਲੁੱਝਣ ਵਾਸਤੇ, ਇਹ ਜੰਗ ਕਰਨ ਵਾਸਤੇ ਸਾਰੇ ਕਹਿੰਦੇ ਹੁਣ ਇਹ ਬੜੇ ਕ੍ਰੋਧ ਦੇ ਨਾਲ ਭਰੇ ਹੋਏ ਜੰਗ ਦੇ ਮੈਦਾਨ ਦੇ ਵਿੱਚ ਕਹਿੰਦੇ ਆਣ ਕੇ ਤੇ ਬੜਕਾ ਮਾਰੀ ਜਾਂਦੇ, ਜਿਵੇਂ ਕੋਈ ਸ਼ਰਾਬੀ ਬੜੀਆਂ ਜ਼ੋਰ ਦੀ ਬੜਕਾ ਮਾਰਦਾ, ਜਿਵੇਂ ਕੋਈ ਝੂਠਾ ਇਨਸਾਨ ਸਟੇਜਾਂ 'ਤੇ ਬਹਿ ਕੇ ਬੜਕਾ ਮਾਰਦਾ, ਜਿਵੇਂ ਆਪਦੇ ਆਪ ਨੂੰ ਸੱਚ ਸਾਬਿਤ ਕਰਨ ਲਈ ਇਹ ਬੜੀਆਂ ਕੋਸ਼ਿਸ਼ਾਂ ਕਰਨ ਲੱਗੇ ਹੋਏ ਨੇ। ਇਹ ਬੜੇ ਯਤਨ ਕਰਦੇ ਨੇ ਅਸੀਂ ਸੱਚ ਸਾਬਿਤ ਕਰ ਲਈਏ, ਬੜੀ ਕੋਸ਼ਿਸ਼ ਕਰਦੇ ਨੇ, ਪਰ ਇਹਨਾਂ ਨੂੰ ਸਮਝਣਾ ਚਾਹੀਦਾ ਭਾਈ ਅੱਜ ਦੇ ਸਮੇਂ ਵਿੱਚ ਲੋਕਾਂ ਨੇ ਬੜਾ ਕੁਝ ਪੜ੍ਹ ਲਿਖ ਲਿਆ, ਉਹਨਾਂ ਨੂੰ ਸਿਆਣਪ ਆ ਗਈ ਹੈ, ਉਹ ਅਨਪੜ੍ਹੋ ਟੋਲਿਓ, ਤੁਹਾਡੇ ਕਿਹਾ ਨਾਲ ਕਦੇ ਕੁਝ ਨਹੀਂ ਹੋਣਾ, ਕਦੇ ਕੁਝ ਨਹੀਂ ਹੋਣ ਲੱਗਿਆ। ਤੇ ਹੁਣ ਉਹ ਕਹਿੰਦੇ ਲੜਨ ਵਾਸਤੇ ਕਹਿੰਦੇ ਇਹ ਬੜਕਾ ਮਾਰੀ ਜਾਂਦੇ ਨੇ, ਉੱਚੀ ਉੱਚੀ ਬੜਕਾ ਮਾਰਦੇ ਨੇ, ਕਹਿੰਦੇ ਕਦੇ ਨਾ ਕਿਨੇ ਹਟਾਏ ਯੁੱਧ ਮਚਾਏ ਕਹਿ, ਇਹੋ ਜਿਹੇ ਬਹਾਦਰ ਸੂਰਮੇ ਕਹਿੰਦੇ ਜੰਗ ਲਈ ਕਹਿੰਦੇ ਤੁਰੇ, ਜਿਨ੍ਹਾਂ ਨੂੰ ਮੈਦਾਨ ਵਿੱਚੋਂ ਅੱਜ ਤੱਕ ਕੋਈ ਕਹਿੰਦੇ ਹਰਾ ਨਹੀਂ ਸਕਿਆ ਸੀ। ਕਹਿੰਦੇ ਐਡੇ ਤਕੜੇ ਸੂਰਮੇ ਸਨ, ਕਹਿੰਦੇ ਇਹਨਾਂ ਨੂੰ ਅੱਜ ਤੱਕ ਕੋਈ ਭਜਾ ਨਾ ਸਕਿਆ। ਮਿਲ ਤੇ ਹੀ ਦਾਨੋ ਆਏ ਹੁਣ ਸੰਗਰ ਦੇਖਣਾ, ਇਹ ਰਾਖਸ਼ ਕਹਿੰਦੇ ਚੜ੍ਹਾਈ ਕਰਕੇ ਰਣ ਭੂਮੀ ਵਿੱਚ ਕਹਿੰਦੇ ਪਹੁੰਚ ਗਏ। ਹੁਣ ਇਹਨਾਂ ਨੇ ਕਹਿੰਦੇ ਬੜਾ ਕਹਿੰਦੇ ਯੁੱਧ ਕਹਿੰਦੇ ਹੋਇਆ, ਇੰਨੀ ਬਹਾਦਰੀ ਨਾਲ ਕਹਿੰਦੇ ਟਾਕਰਾ ਕਰਦੇ ਨੇ, ਇਹਨਾਂ ਨੂੰ ਵੇਖਣ ਵਾਸਤੇ ਵੀ ਕਹਿੰਦੇ ਬੜੀ ਭੀੜ ਹੋਈ ਹੈ। ਅੱਗੇ ਸਾਹਿਬ ਜੀ ਨੇ ਫਿਰ ਪੌੜੀ ਉਚਾਰਨ ਕੀਤੀ, 34ਵੀਂ ਪੌੜੀ ਦਾ ਪਾਠ ਆਪਾਂ ਸਰਵਣ ਕਰੀਏ। ਸਾਹਿਬ ਜੀ ਕਹਿੰਦੇ ਪੌੜੀ ਦਿਆਤੀ ਡੰਡ ਉਭਾਰੀ ਨੇੜੇ ਆਏ ਕਹਿ, ਕਹਿੰਦੇ ਰਣ ਭੂਮੀ ਦੇ ਨੇੜੇ ਪਹੁੰਚ ਕੇ ਕਹਿੰਦੇ ਰਾਖਸ਼ਾਂ ਨੇ ਬੜਾ ਕਹਿੰਦੇ ਸ਼ੋਰ ਸ਼ਰਾਬਾ ਸ਼ੁਰੂ ਕਰ ਦਿੱਤਾ, ਭਾਵ ਡਰਾਉਣ ਦੀ ਕੋਸ਼ਿਸ਼ ਕਰਦੇ ਨੇ, ਜਿਵੇਂ ਕੁਝ ਕੁ ਝੂਠੇ ਲੋਕ ਬੜਕਾ ਮਾਰ ਕੇ ਤੇ ਸੱਚ ਨੂੰ ਦਫਨਾਉਣ ਦੀ ਕੋਸ਼ਿਸ਼ ਕਰਦੇ ਨੇ, ਉੱਚੀ ਉੱਚੀ ਕਹਿੰਦੇ ਰੌਲਾ ਪਾਉਂਦੇ ਨੇ। ਪਰ ਆਪਾਂ ਗੁਰਬਾਣੀ ਦੇ ਅੰਦਰ ਪੜ੍ਹਦੇ ਆ ਨਾ, ਹਰ ਜੀਉ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ, ਕਦੇ ਪਰਮਾਤਮਾ ਨੂੰ ਹੰਕਾਰ ਨਹੀਂ ਭਾਉਂਦਾ। ਗੁਰੂ ਅਮਰਦਾਸ ਮਹਾਰਾਜ ਨੇ ਤੇ ਇੱਥੇ ਤੱਕ ਵੀ ਕਿਹਾ, ਇਹ ਸਰਵਣੋ ਮੇਰਿਓ ਸਾਚੈ ਸੁਣਨਾ ਨੋ ਪਠਾਏ, ਸਾਚੈ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ, ਸਚ ਅਲਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣਨਾ ਨੋ ਪਠਾਏ। ਸਾਹਿਬ ਜੀ ਕਹਿੰਦੇ ਆ ਬੜਕਾਂ ਬੁੜਕਾਂ ਨਾਲ ਨਹੀਂ ਡਰ ਲੱਗਣਾ, ਇੱਥੇ ਤਾਂ ਸੱਚ ਦੇ ਘਰ ਦੀ ਗੱਲ ਹੁੰਦੀ ਹੈ ਤੇ ਸੱਚ ਨੂੰ ਕਦੇ ਕੋਈ ਡਰਾ ਨਹੀਂ ਸਕਦਾ। ਕਹਿੰਦੇ ਹੁਣ ਇਹ ਬੜੀਆਂ ਬੜਕਾਂ ਮਾਰਦੇ ਨੇ, ਡਰਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਸਿੰਘ ਕਰੀ ਅਸਵਾਰੀ ਦੁਰਗਾ ਸ਼ੋਰ ਸੁਣ, ਕਹਿੰਦੇ ਇਹਨਾਂ ਦਾ ਸ਼ੋਰ ਸੁਣ ਕੇ ਤੇ ਦੇਵੀ ਦੁਰਗਾ ਜੀ ਕਹਿੰਦੇ ਸ਼ੇਰ ਦੇ ਉੱਪਰ ਕਹਿੰਦੇ ਸਵਾਰ ਹੋ ਗਏ। ਸ਼ੇਰ ਨੂੰ ਦਿੱਤਾ ਥਾਪੜਾ ਦੇ ਕੇ ਤੇ ਕਦੇ ਸ਼ੇਰ ਫਿਰ ਜੰਗ ਦੇ ਮੈਦਾਨ ਵੱਲੇ ਵਧਿਆ, ਖੱਬੇ ਦਸਤ ਉਭਾਰੀ ਗਦਾ ਫਿਰਾਏ ਕਹਿ, ਦੁਰਗਾ ਦੇਵੀ ਨੇ ਆਪਣੇ ਖੱਬੇ ਹੱਥ ਦੇ ਵਿੱਚ ਕਹਿੰਦੇ ਗਦਾ ਫੜ ਕੇ ਤੇ ਘਮਾਉਣਾ ਆਰੰਭ ਕਰ ਦਿੱਤਾ। ਸਿਆਣਾ ਸਭ ਸੰਘਾਰੀ ਸਰਨਵਤ ਬੀਜ ਦੀ, ਕਹਿੰਦੇ ਵੇਖਦਿਆਂ ਜਿਵੇਂ ਅੱਖ ਨਹੀਂ ਝਪਕਦੀ, ਇੱਕ ਨਿਮਕ ਹੀ ਲੱਗਦਾ, ਬਸ ਇੱਕ ਨਿਮਕ ਦੇ ਵਿੱਚ ਹੀ ਕਹਿੰਦੇ ਢੇਰੀ ਕਰਕੇ ਰੱਖਤੀ ਸਾਰੀ ਸਿਆਣਾ, ਇੱਕ ਨਿਮਕ ਵਿੱਚ ਹੀ ਕਹਿੰਦੇ ਸਾਰਿਆਂ ਦਾ ਨਾਸ਼ ਹੋਣਾ ਸ਼ੁਰੂ ਹੋ ਗਿਆ। ਨਿਮਕ ਹੀ ਕਹਿੰਦੇ ਲਾਇਆ, ਜਨ ਮਦ ਖਾਏ ਮਦਾਰੀ ਘੁੰਮਣ ਸੂਰਮੇ, ਰਣ ਭੂਮੀ ਵਿੱਚ ਕਹਿੰਦੇ ਸੂਰਮੇ ਕਹਿੰਦੇ ਮਸਤ ਹੋ ਕੇ ਘੁੰਮੀ ਜਾਂਦੇ ਨੇ, ਜਿਵੇਂ ਸ਼ਰਾਬੀ ਸ਼ਰਾਬ ਪੀ ਕੇ ਕਹਿੰਦੇ ਡਿੱਗਦਾ ਪਿਆ ਹੁੰਦਾ, ਉਹਨੂੰ ਸੁੱਧ ਦੀ ਨਾ ਸੁੱਧ ਰਹਿੰਦੀ, ਬੁੱਧ ਦੀ ਨਾ ਬੁੱਧ ਰਹਿੰਦੀ। ਕਹਿੰਦੇ ਉੱਦਾਂ ਹੀ ਕਹਿੰਦੇ ਉਹ ਰਾਖਸ਼ਾਂ ਦੇ ਕਹਿੰਦੇ ਹਾਲ ਹੋਏ ਪਏ ਨੇ। ਅਗਣਤ ਪਾਓ ਪਸਾਰੀ ਰੁੱਲੇ ਆਹਾੜ ਵਿੱਚ, ਕਹਿੰਦੇ ਬੇਸ਼ੁਮਾਰ ਕਹਿੰਦੇ ਸੂਰਮੇ ਰਣ ਭੂਮੀ ਵਿੱਚ ਕਹਿੰਦੇ ਪੈਰ ਪਸਾਰ ਕੇ ਕਹਿੰਦੇ ਸੁੱਤੇ ਪਏ ਨੇ, ਭਾਵ ਇਹ ਕਹਿ ਲਈਏ ਕਿ
ਕਿ ਦੁਰਗਾ ਦੇਵੀ ਨੇ ਉਹਨਾਂ ਦਾ ਵੱਧ ਕਰ ਦਿੱਤਾ, ਉਹ ਮਰੇ ਪਏ ਨੇ। ਜਾਪਿਆ ਖੇਡ ਖਿਡਾਰੀ ਸੁੱਤੇ ਫਾਂਗ ਨੂੰ, ਜਿਵੇਂ ਕਹਿੰਦੇ ਹੋਲੀ ਦੀ ਰੰਗਾਂ ਦੀ ਖੇਡੀ ਖੇਡ ਕੇ ਤੇ ਕਹਿੰਦੇ ਥੱਕ ਜਾਂਦੇ ਆ ਨਾ, ਰੰਗਾਂ ਦੀ ਖੇਡ 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 ਕੇ ਥੱਕ ਕੇ ਤੇ ਸੋ ਜਾਂਦੇ ਨੇ। ਕਹਿੰਦੇ ਐਦਾਂ ਜੰਗ ਦੇ ਮੈਦਾਨ ਵਿੱਚ ਕਹਿੰਦੇ ਮੁਰਦੇ ਪਏ ਹੋਏ ਨੇ। ਸਰਨਵਤ ਬੀਜ ਹਕਾਰੇ ਰਹਿੰਦੇ ਸੂਰਮੇ, ਸਰਨਵਤ ਬੀਜ ਨੇ ਜਦੋਂ ਵੇਖਿਆ ਕਿ ਮੇਰੇ ਵੱਡੇ ਵੱਡੇ ਯੋਧੇ ਢਹਿ ਢੇਰੀ ਹੋਏ ਪਏ ਨੇ, ਤੇ ਕਹਿੰਦੇ ਉਹਨੇ ਹੋਰ ਸੂਰਮੇ ਜੰਗ ਦੇ ਮੈਦਾਨ ਵਿੱਚ ਬੁਲਾ ਲਏ। ਬੜੀ ਕੋਸ਼ਿਸ਼ ਕੀਤੀ ਜਾਂਦੀ ਹੈ, ਬੜੇ ਪ੍ਰਯਾਸ ਕੀਤੇ ਜਾਂਦੇ ਨੇ, ਕੋਈ ਨਾ ਕੋਈ ਤੇ ਤਰੀਕਾ ਹੋਏਗਾ ਜਿਵੇਂ ਦੁਰਗਾ ਨੂੰ ਹਰਾ ਦਿਆਂਗੇ। ਕੋਸ਼ਿਸ਼ਾਂ ਬੜੀਆਂ ਨੇ, ਬੜੇ ਯਤਨ ਕੀਤੇ ਗਏ। ਸਿੱਖੀ ਨੂੰ ਖਤਮ ਕਰਨ ਲਈ ਵੈਰੀਆਂ ਵੱਲੋਂ ਬੜੀਆਂ ਕੋਝੀਆਂ ਚਾਲਾਂ ਚੱਲੀਆਂ ਗਈਆਂ। ਬੜੇ ਯਤਨ ਕੀਤੇ ਕਿ ਅਸੀਂ ਕਿਵੇਂ ਨਾ ਕਿਵੇਂ ਕਰਕੇ ਤੇ ਸਿਧਾਂਤ ਸਿੱਖੀ ਨੂੰ ਖਤਮ ਕਰ ਹੀ ਦਿਆਂਗੇ, ਪਰ ਨਹੀਂ ਹੋਈ। ਸਿੱਖੀ ਖਤਮ ਨਹੀਂ ਹੋ ਸਕਦੀ। ਇਹ ਗੁਰੂ ਨਾਨਕ ਦੇ ਘਰ ਦਾ ਲਾਇਆ ਹੋਇਆ ਬੂਟਾ ਹੈ, ਇਹ ਕਦੇ ਮੁਕਾਇਆ ਮੁੱਕ ਨਹੀਂ ਸਕਦਾ, ਕਿਉਂਕਿ ਆਪ ਜੀ ਨੇ ਇਤਿਹਾਸ ਸੁਣਿਆ ਹੋਏਗਾ। ਪਿੱਛੇ ਹੀ ਹਜੇ ਛੋਟਾ ਘੱਲੂਘਾਰਾ ਲੰਘ ਕੇ ਹਟਿਆ। ਸੰਨ 1746 ਈਸਵੀ ਦੇ ਵਿੱਚ ਲਖਪਤ ਰਾਏ, ਜਸਪਤ ਰਾਏ ਦਾ ਜਿਹੜਾ ਭਰਾ ਹੈ, ਜਦੋਂ ਭਾਈ ਤਾਰਾ ਸਿੰਘ ਜੀ ਵਾਂ ਆਪਣੇ ਘੋੜੀਆਂ ਤੇ ਆਪਣੇ ਗਾਵਾਂ ਮੱਝਾਂ ਨੂੰ ਘਾਹ ਚਰਾਉਂਦੇ ਨੇ, ਤੇ ਜਸਪਤ ਰਾਏ ਆਖਣ ਲੱਗਿਆ, ਕਹਿਣ ਲੱਗਿਆ ਆਪਣੀਆਂ ਗਾਵਾਂ ਮੱਝਾਂ ਖੇਤ ਵਿੱਚੋਂ ਬਾਹਰ ਕੱਢ। ਭਾਈ ਤਾਰੂ ਸਿੰਘ ਜੀ ਵਾਂ ਆਖਣ ਲੱਗੇ ਇਹ ਭੁੱਖੀਆਂ ਨੇ। ਭਾਈ ਤਾਰਾ ਸਿੰਘ ਜੀ ਵਾਂ ਕਹਿੰਦੇ ਇਹ ਭੁੱਖੀਆਂ ਨੇ, ਇਹਨਾਂ ਨੂੰ ਕੁਝ ਖਾ ਲੈਣ ਦੇ, ਕਈ ਦਿਨ ਦੇ ਭੁੱਖੇ ਭਾਣੇ ਆ। ਤੇ ਛਾਤੀ ਤੇ ਹੱਥ ਮਾਰ ਕੇ ਆਖਣ ਲੱਗਿਆ ਇੱਕ ਖੱਤਰੀ ਨੇ ਇਹ ਧਰਮ ਸ਼ੁਰੂ ਕੀਤਾ ਸੀ ਤੇ ਇੱਕ ਖੱਤਰੀ ਇਹ ਧਰਮ ਨੂੰ ਖਤਮ ਕਰ ਦੇਗਾ। ਉਹਨੇ ਭਾਈ ਤਾਰਾ ਸਿੰਘ ਜੀ ਦਾ ਸੀਸ ਕਲਮ ਕਰ ਦਿੱਤਾ, ਭਾਵ ਸ਼ਹੀਦ ਕਰ ਦਿੱਤਾ। ਹੁਣ ਸ਼ਹੀਦ ਕੀਤਾ ਤਾਂ ਸਿੰਘਾਂ ਨੇ ਵੀ ਫਿਰ ਜਸਪਤ ਰਾਏ ਨੂੰ ਗੱਡੀ ਚਾੜ ਦਿੱਤਾ। ਉਹਦਾ ਭਰਾ ਲਖਪਤ ਰਾਏ ਆ ਕੇ ਵੀ ਇਹੀਓ ਬੋਲ ਕਹਿੰਦਾ ਇੱਕ ਖੱਤਰੀ ਨੇ ਧਰਮ ਸ਼ੁਰੂ ਕੀਤਾ ਸੀ, ਅੱਜ ਇੱਕ ਖੱਤਰੀ ਖਤਮ ਕਰ ਦੇਗਾ। ਬੜੀਆਂ ਕੋਝੀਆਂ ਚਾਲਾਂ ਚੱਲੀਆਂ। ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਉਹ ਭੁੱਖੇ ਸਿੰਘ ਜਿੰਦੇ ਵਿੱਚ ਮਾਸੂਮ ਬੱਚੇ, ਬਜ਼ੁਰਗ ਔਰ ਔਰਤਾਂ ਨੇ ਤੇ ਕੁਝ ਕੁ ਨੌਜਵਾਨ ਨੇ, ਉਹਨੇ ਕਾਹਨੂੰਵਾਲ ਦੀ ਛੰਭ ਨੂੰ ਅੱਗ ਲਾ ਕੇ ਤੇ ਉਹ ਪਿਆਰ ਵਾਲੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। 15,000 ਤੋਂ 20,000 ਦੀ ਗਿਣਤੀ ਵਿੱਚ ਛੋਟੇ ਘੱਲੂਘਾਰੇ ਵਿੱਚ ਸਿੰਘ ਸ਼ਹੀਦ ਹੋ ਗਏ ਨੇ। ਪਰ ਕਹਿੰਦੇ ਕਿੰਨਾ ਸਮਾਂ ਹੰਕਾਰ ਰਹਿੰਦਾ, ਜਦੋਂ ਹੰਕਾਰ ਆਉਂਦਾ ਤੇ ਵੱਡੇ ਵੱਡੇ ਵੀ ਇੱਥੇ ਰੁਲਦੇ ਵੇਖੇ ਨੇ। ਹੰਕਾਰਿਆ ਸੋ ਮਾਰਿਆ, ਇੱਥੇ ਤੇ ਵੱਡੇ ਵੱਡੇ ਹੰਕਾਰ ਕਰਕੇ ਚੂਰ ਚੂਰ ਹੋ ਜਾਂਦੇ ਨੇ। ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਕਦੇ ਕਹਿੰਦੇ ਦੋਨੇ ਇਕੱਠੇ ਰਹਿ ਹੀ ਨਹੀਂ ਸਕਦੇ। ਜਿੱਥੇ ਹੰਕਾਰ ਹੋਏਗਾ ਉਹ ਬਹੁਤਾ ਸਮਾਂ ਰਹਿ ਨਹੀਂ ਸਕਦਾ। ਹੰਕਾਰ ਕਦੇ ਵੀ ਲੰਬਾ ਸਮਾਂ ਨਹੀਂ ਰਹਿ ਸਕਦਾ। ਹੁਣ ਕਹਿੰਦੇ ਸਿੰਘਾਂ ਨੇ ਕੀ ਕੀਤਾ, ਇਹ ਲਖਪਤ ਰਾਏ ਨੇ ਜਕਰੀਆਂ ਖਾਂ ਦਾ ਦੇਣਾ ਸੀ ਕਰਜ਼ਾ, ਤੇ ਸਰਦਾਰ ਕੋੜਾ ਮੱਲ ਜੀ ਗੁਰੂ ਘਰ ਦੇ ਬੜੇ ਵੱਡੇ ਸ਼ਰਧਾਲੂ ਨੇ, ਦੀਵਾਨ ਕੋੜਾ ਮੱਲ ਕਹਿੰਦੇ ਇਹਨੂੰ ਸਿੰਘ ਪਿਆਰ ਨਾਲ ਮਿੱਠਾ ਮੱਲ ਕਰਕੇ ਪੁਕਾਰਦੇ ਨੇ। ਸਿੰਘਾਂ ਨੇ ਇਹ ਕਰਜ਼ਾ ਦੇ ਕੇ ਤੇ ਕੋੜਾ ਮੱਲ ਦੇ ਰਾਹੀਂ ਲਖਪਤ ਰਾਏ ਨੂੰ ਕਹਿੰਦੇ ਲੈ ਲਿਆ, ਭਾਵ ਖਰੀਦ ਲਿਆ। ਖਰੀਦ ਕੇ ਤੇ ਜਿੱਥੇ ਅੱਜ ਅੰਮ੍ਰਿਤਸਰ ਰਾਮ ਰੋਣੀ ਬਣੀ ਹੈ ਨਾ, ਉਸ ਰਾਮ ਰੋਣੀ ਦੇ ਅੰਦਰ ਇੱਕ ਖੂਹੀ ਪੱਟ ਕੇ ਤੇ ਲਖਪਤ ਰਾਏ ਨੂੰ ਵਿੱਚ ਸੱਟਿਆ ਤੇ ਹਰ ਇੱਕ ਸਿੰਘ ਨੂੰ ਹੁਕਮ ਕਰ ਦਿੱਤਾ ਅੱਜ ਤੋਂ ਬਾਅਦ ਜਿਸ ਕਿਸੇ ਨੇ ਵੀ ਜੰਗਲ ਪਾਣੀ ਜਾਣਾ ਤੇ ਉਹ ਇਸ ਖੂਹੀ ਦੇ ਵਿੱਚ ਜਾਇਆ ਕਰਨਗੇ। ਭਾਵ ਇਸੇ ਤਰ੍ਹਾਂ ਫਿਰ ਉਹਨੂੰ ਲਖਪਤ ਰਾਏ ਨੂੰ ਸਜ਼ਾ ਦੇ ਕੇ ਤੇ ਮਾਰਿਆ ਸੀ। ਫਿਰ ਮਰਿਆ ਸੀ। ਅਬਦਾਲੀ ਨੇ 8 ਹਮਲੇ ਕੀਤੇ, ਆਖਰਕਾਰ ਮੂੰਹ ਦੀ ਖਾਣੀ ਪਈ। ਹਰਿਮੰਦਰ ਸਾਹਿਬ ਤੇ ਚੜ੍ਹ ਕੇ ਆਇਆ ਤੇ ਅਬਦਾਲੀ ਨੇ ਕੀ ਖੱਟੇ 153ਵੇਂ ਦਿਨ ਉਹਦੀ ਵੀ ਗੱਡੀ ਚੜ੍ਹ ਗਈ। ਇੰਦਰਾ ਗਾਂਧੀ ਵਰਗੀਆਂ ਵੱਡੀਆਂ ਵੱਡੀਆਂ ਪ੍ਰਧਾਨ ਮੰਤਰੀਆਂ ਆਪਦੇ ਆਪ ਨੂੰ ਕਹਾਉਣ ਵਾਲੀਆਂ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਉੱਪਰ ਚੜ੍ਹ ਕੇ ਆਈਆਂ, ਆਪਣੀ ਸੈਨਾ ਦੇ ਗੁਮਾਨ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ। ਆਖਰਕਾਰ ਸਿੰਘਾਂ ਨੇ ਦੇਰ ਨਹੀਂ ਲਾਈ, 153 ਦਿਨ ਦੇ ਅੰਦਰ ਅੰਦਰ ਉਹਦੀ ਵੀ ਗੱਡੀ ਚਾੜ੍ਹਤੀ, ਉਹਨੂੰ ਵੀ ਚੜ੍ਹਾ ਦਿੱਤਾ। ਆਹ ਜਿਹੜੇ ਹੰਕਾਰੀ ਫਿਰਦੇ ਆ ਨਾ, ਹੰਕਾਰੀ ਜਿਨ੍ਹਾਂ ਨੂੰ ਆਪਦੇ ਵੱਡੇ ਹੋਣ ਦਾ ਹੰਕਾਰ ਹੈ, ਜਿਹੜੇ ਆਪਦੀਆਂ ਸਿਆਣਾ ਆਪਦੀਆਂ ਟੋਲੀਆਂ ਬਣਾ ਕੇ ਫਿਰਦੇ ਨੇ, ਕੋਸ਼ਿਸ਼ਾਂ ਕਰਦੇ ਨੇ, ਉਹ ਭਾਈ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੋ, ਗਿੱਦੜਾਂ ਦੇ ਲਲਕਾਰੇ ਮਾਰਿਆ ਕਦੇ ਸ਼ੇਰ ਨਹੀਂ ਡਰਿਆ ਕਰਦੇ। ਸ਼ੇਰ ਨਹੀਂ ਡਰਦੇ। ਇਹ ਲੱਖ ਕੋਸ਼ਿਸ਼ਾਂ ਕਰ ਲੈਣ, ਸਿੱਖੀ ਨੂੰ ਲੱਖ ਮਕਾਨ ਵਾਲੇ ਆਏ, ਅੱਜ ਲੱਖਾਂ ਖਤਮ ਹੋ ਗਏ। ਸਿੱਖੀ ਖਤਮ ਨਹੀਂ ਹੋਣੀ। ਸਰਨਵਤ ਬੀਜ ਹਕਾਰੇ ਰਹਿੰਦੇ ਸੂਰਮੇ, ਇਹ ਰਕਤ ਬੀਜ ਨੇ, ਇਹ ਸਰਨਵਤ ਬੀਜ ਨੇ। ਆਪਣੇ ਸਾਰੇ ਵੱਡੇ ਵੱਡੇ ਸੂਰਮੇ ਇਕੱਠੇ ਕਰ ਲਏ, ਯੋਧੇ ਜੇਡ ਮੁਨਾਰੇ ਦਿਸਣ ਖੇਤ ਵਿੱਚ। ਕਹਿੰਦੇ ਇਹ ਬੜੇ ਵੱਡੇ ਵੱਡੇ ਯੋਧੇ ਨੇ ਜੰਗ ਦੇ ਮੈਦਾਨ ਵਿੱਚ। ਇਹਨਾਂ ਦਾ ਉੱਚਾ ਉੱਚਾ ਕੱਦ ਦੂਰੋਂ ਹੀ ਕਹਿੰਦੇ ਵਿਖਾਈ ਦਿੰਦਾ। ਸਭਨੀ ਦਸਤ ਉਭਾਰੇ ਤੇਗਾ ਧੂਕ ਹੈ। ਸਾਰੇ ਰਕਸ਼ ਕਹਿੰਦੇ ਆਪਣੇ ਹੱਥਾਂ ਵਿੱਚ ਤਲਵਾਰਾਂ ਕੱਢੀ ਫਿਰਦੇ ਨੇ।
ਹੱਥਾਂ ਵਿੱਚ ਤਲਵਾਰਾਂ ਲੈ ਕੇ ਤੇ ਕਹਿੰਦੇ ਧੁੰਮਾਂ ਮਚਾਈ ਜਾਂਦੇ ਨੇ। ਮਾਰੋ ਮਾਰ ਪੁਕਾਰੇ ਆਏ ਸਾਹਮਣੇ, ਤੇ ਦੁਰਗਾ ਨੂੰ ਮਾਰਨ ਵਾਸਤੇ ਕਹਿੰਦੇ ਵੱਧ ਚੜ੍ਹ ਕੇ ਤੇ ਕਹਿੰਦੇ ਸਾਹਮਣੇ ਆਉਂਦੇ ਨੇ। ਸੰਜਾਂ ਤੇ ਠਨਕਾਰੇ ਤੇਗੀ ਉਭਰੇ, ਸੰਜਿਆਂ ਤੇ ਕਹਿੰਦੇ ਪੈਂਦੀਆਂ ਨੇ ਤਲਵਾਰਾਂ ਦੀਆਂ ਆਵਾਜ਼ਾਂ ਕਹਿੰਦੇ ਉਹ ਪ੍ਰਤੀਤ ਹੁੰਦੀਆਂ ਨੇ ਜਿਵੇਂ ਘਾਟ ਘਲਨ ਠਿਆਰੇ ਜਾਨ ਬਣਾਏ ਕੈ। ਜਿਵੇਂ ਕਹਿੰਦੇ ਠਠਿਆਰੇ ਸ਼ਬਦ ਕਹਿੰਦੇ ਹੁੰਦੇ ਨੂੰ ਘੁਮਿਆਰ ਜਦੋਂ ਮਿੱਟੀ ਦਾ ਭਾਂਡਾ ਬਣਾਉਂਦਾ ਨਾ, ਜਦੋਂ ਚੱਕ ਦੇ ਉੱਪਰ ਮਿੱਟੀ ਲਾ ਕੇ ਤੁਹਾਨੂੰ ਘੜੇ ਦੀ ਸ਼ੇਪ ਦਿੰਦਾ ਤੇ ਫਿਰ ਉਹਦੇ ਵਿੱਚੋਂ ਆਵਾਜ਼ ਆਉਂਦੀ ਹੈ। ਕਹਿੰਦੇ ਕਿਰਪਾਨਾਂ ਦੀ ਆਵਾਜ਼ ਵੀ ਕਹਿੰਦੇ ਉਵੇਂ ਠਠਿਆਰੇ ਦੇ ਵਾਂਗੂ ਆਉਂਦੀ ਹੈ। ਸੱਟ ਪਈ ਜਮਧਾਣੀ ਦਲਾ ਮੁਕਾਬਲਾ, ਧੋਸਿਆਂ ਤੇ ਕਹਿੰਦੇ ਚੋਟਾਂ ਲੱਗੀਆਂ, ਭਵਨ ਗਾਰੇ ਵੱਜੇ, ਫੌਜਾਂ ਫਿਰ ਮੁਕਾਬਲਾ ਕਰਨ ਵਾਸਤੇ ਕਹਿੰਦੇ ਸ਼ੁਰੂ ਹੋ ਗਈਆਂ। ਘੁੰਮਰ ਬਰਗਸਤਾਨੀ ਦਲ ਵਿੱਚ ਕੱਤੀਓ, ਦੋਹਾਂ ਪਾਸਿਆਂ ਦੀਆਂ ਕਹਿੰਦੇ ਫੌਜਾਂ ਫਿਰ ਜੰਗ ਦੇ ਵਿੱਚ ਕਹਿੰਦੇ ਧੁੰਮਾਂ ਪਾਉਣੀਆਂ ਆਰੰਭ ਕਰਦੀਆਂ ਨੇ। ਸਣੇ ਤੁਰਾਂ ਪਲਾਨੀ ਡਿੱਗਣ ਸੂਰਮੇ, ਬੜੇ ਬੜੇ ਵੱਡੇ ਯੋਧੇ ਜਿਹੜੇ ਦਿਸਦੇ ਸੀਗੇ ਕਹਿੰਦੇ ਜਿਹੜੇ ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਬੈਠੇ ਹੋਏ ਸੀਗੇ ਕਹਿੰਦੇ ਮਿੰਟਾਂ ਦੇ ਵਿੱਚ ਕਹਿੰਦੇ ਉਹ ਢਹਿ ਢੇਰੀ ਕਰ ਦਿੱਤੇ ਗਏ। ਉੱਠ ਉੱਠ ਮੰਗਣ ਪਾਣੀ, ਘਾਇਲ ਘੁੰਮਦੇ ਤੇ ਕਹਿੰਦੇ ਘਾਇਲ ਘੁੰਮਦੇ ਨੇ, ਸਰੀਰ ਵਿੱਚੋਂ ਲਹੂ ਚੱਲਦਾ ਪਿਆ ਤੇ ਪਾਣੀ ਪਾਣੀ ਕਰੀ ਜਾਂਦੇ ਨੇ। ਜੰਗ ਦੇ ਮੈਦਾਨ ਵਿੱਚ ਉਹਨਾਂ ਨੂੰ ਪਾਣੀ ਵੀ ਨਸੀਬ ਨਹੀਂ ਹੋ ਰਿਹਾ, ਭਾਵ ਜਾਨ ਬਚਾਉਣ ਦੀ ਕੋਸ਼ਿਸ਼ ਕਰੀ ਜਾਂਦੇ ਨੇ। ਏਵੜ ਮਾਰ ਵਿਹਾਣੀ ਉੱਪਰ ਰਕਸ਼ਾਂ, ਦੁਰਗਾ ਨੇ ਕਹਿੰਦੇ ਰਕਸ਼ਾਂ ਨੂੰ ਕਹਿੰਦੇ ਇਹੋ ਜੀ ਮਾਰ ਮਾਰੀ, ਇੰਨੀ ਮਾਰ ਮਾਰੀ ਬਸ ਉਹ ਕਹਿਣ ਸੁਣਨ ਤੋਂ ਹੀ ਪਰੇ ਹੈ। ਕਵੀ ਜੀ ਕਹਿੰਦੇ ਭਾਵ ਸਮਝਾਇਆ ਹੀ ਨਹੀਂ ਜਾ ਸਕਦਾ। ਦਸ਼ਮੇਸ਼ ਪਿਤਾ ਜੀ ਨੇ ਬਚਨ ਕੀਤੇ, ਸਾਹਿਬ ਜੀ ਕਹਿੰਦੇ ਜਦੋਂ ਫਿਰ ਕਹਿੰਦੇ ਮਾਰ ਪੈਂਦੀ ਸੀ ਨਾ, ਬੀਜਲ ਜਿਉਂ ਚਰਲਾਣੀ ਉੱਠੀ ਦੇਵਤਾ, ਰਣ ਭੂਮੀ ਵਿੱਚ ਕਹਿੰਦੇ ਦੁਰਗਾ ਵੀ ਕਹਿੰਦੇ ਉਹ ਕੜਕਦੀ ਅਸਮਾਨ ਬਿਜਲੀ ਦੇ ਵਾਂਗੂ ਕਹਿੰਦੇ ਹਮਲਾ ਕਰਦੀ ਹੈ। ਤੇਜ਼ ਦਹਾੜ ਕਹਿੰਦੇ ਜਦੋਂ ਹਮਲਾ ਹੁੰਦਾ ਨਾ ਤੇ ਕਹਿੰਦੇ ਬਸ ਬਦਲਾਂ ਦੀ ਕੜਕਦੀ ਆਵਾਜ਼, ਬਿਜਲੀ ਦੀ ਕੜਕਦੀ ਆਵਾਜ਼, ਤੇ ਰਾਖਸ਼ਾਂ ਨੂੰ ਕਹਿੰਦੇ ਜਾਨ ਬਚਾਉਣ ਦੀ ਪੈ ਜਾਂਦੀ, ਭਾਵ ਭੱਜਣ ਦੀ ਕੋਸ਼ਿਸ਼ ਕਰਦੇ ਨੇ। ਪੌੜੀ 24 ਧੋਸ ਉਭਾਰੀ ਦਲਾ ਮੁਕਾਬਲਾ, ਜਦੋਂ ਨਗਾਰਿਆਂ ਦੇ ਕਹਿੰਦੇ ਧੋਸਾਂ ਤੇ ਫਿਰ ਚੋਟਾਂ ਵੱਜਣੀਆਂ ਆਰੰਭ ਹੋ ਗਈਆਂ, ਜਦੋਂ ਫੌਜਾਂ ਫਿਰ ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਆ ਗਈਆਂ। ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ, ਦੁਰਗਾ ਨੇ ਮਿੰਟਾਂ ਦੇ ਵਿੱਚ ਕਹਿੰਦੇ ਦਾਨਵਾਂ ਦੀ ਸਾਰੀ ਸੈਨਾ ਮਾਰ ਦਿੱਤੀ। ਇੱਕ ਪਾਸੇ ਵਿਚਾਰੀ ਕੱਲੀ ਦੁਰਗਾ, ਦੂਜੇ ਪਾਸੇ ਰਾਖਸ਼, ਕਹਿੰਦੇ ਸਾਰੀ ਸੈਨਾ ਹੀ ਇਹਨਾਂ ਦੀ ਖਤਮ ਕਰ ਦਿੱਤੀ। ਦੁਰਗਾ ਦਾਨੋ ਮਾਰੇ ਰੋਹ ਵਢਾਏਗਾ, ਦੁਰਗਾ ਨੇ ਬੜੇ ਕ੍ਰੋਧ ਵਿੱਚ ਆ ਕੇ ਇਹ ਵੱਡੇ ਵੱਡੇ ਰਾਖਸ਼ਾਂ ਦਾ ਨਾਸ਼ ਕਰ ਦਿੱਤਾ। ਸਿਰ ਵਿੱਚ ਤੇਗ ਵਗਾਈ ਸਰਣਵਤ ਬੀਜ ਦੇ, ਤੇ ਜਿਹੜਾ ਸਰਣਵਤ ਬੀਜ ਬੜਾ ਵੱਡਾ ਆਪਦੇ ਆਪਣੀ ਯੋਧਾ ਕਹਾਉਂਦਾ ਸੀ, ਦੁਰਗਾ ਨੇ ਕਹਿੰਦੇ ਇਹਦੇ ਸਿਰ ਦੇ ਉੱਪਰ ਬੜਾ ਜ਼ੋਰ ਦੀ ਕਹਿੰਦੇ ਵਾਰ ਕੀਤਾ। ਅਗਣਤ ਦਾਨੋ ਭਾਰੇ ਹੋਏ ਲਹੂਆਂ, ਸਰਣਵਤ ਬੀਜ ਕਹਿੰਦੇ ਜ਼ਮੀਨ ਦੇ ਉੱਪਰ ਡਿੱਗ ਗਿਆ। ਇਹਦੇ ਜਿਹੜੇ ਲਹੂ ਭਰੇ ਹੋਏ ਵਸਤਰ ਸੀਗੇ, ਭਾਵ ਜਿਹੜਾ ਇਹਦੇ ਸਰੀਰ ਦੇ ਉੱਪਰ ਲਹੇ ਦੇ ਕੱਪੜੇ ਸੰਜੋ ਪਾਈ ਹੋਈ ਸੀਗੀ, ਕਹਿੰਦੇ ਉਹ ਸਾਰੇ ਦੇ ਸਾਰੇ ਕਹਿੰਦੇ ਖੂਨ ਦੇ ਨਾਲ ਭਰ ਗਏ। ਹੁਣ ਉਹਦੇ ਵਿੱਚ ਖੂਨ ਚੋਣਾ ਆਰੰਭ ਹੋ ਗਿਆ। ਸਰਣਵਤ ਬੀਜ ਦਾ ਖੂਨ ਜਿਵੇਂ ਧਰਤੀ ਤੇ ਡਿੱਗਿਆ, ਵੱਡੇ ਵੱਡੇ ਰਾਖਸ਼ ਫਿਰ ਖੜੇ ਹੋ ਗਏ। ਯੋਧੇ ਜੇੜ ਮੁਨਾਰੇ ਅੰਦਰ ਖੇਤ ਦੇ, ਕਹਿੰਦੇ ਇਹ ਜੰਗ ਦੇ ਮੈਦਾਨ ਵਿੱਚ ਵੱਡੇ ਵੱਡੇ ਯੋਧੇ ਜਿਹੜੇ ਮੁਨਾਰਿਆਂ ਵਰਗੇ ਬੜੇ ਉੱਚੇ ਨੇ, ਦੁਰਗਾ ਨੂੰ ਲਲਕਾਰੇ ਆਮਣ ਸਾਹਮਣੇ, ਤੇ ਉਹ ਰਾਖਸ਼ ਦੁਰਗਾ ਦੇਵੀ ਦੇ ਸਾਹਮਣੇ ਆ ਕੇ ਤੇ ਦੁਰਗਾ ਦੇਵੀ ਨੂੰ ਲਲਕਾਰਨਾ ਆਰੰਭ ਕਰ ਦਿੰਦੇ ਨੇ। ਦੁਰਗਾ ਸਭ ਸੰਘਾਰੇ ਰਕਸ਼ ਆਮਦੇ, ਜਿਹੜਾ ਵੀ ਦੁਰਗਾ ਦੇ ਕੋਲ ਆਵੇ ਦੁਰਗਾ ਦੇਵੀ ਉਹਦਾ ਹੀ ਵੱਧ ਕਰੀ ਜਾਵੇ। ਰੱਤੂ ਦੇ ਪਰਨਾਲੇ ਤਿੰਨ ਤੇ ਭੋਏ ਪਏ, ਤੇ ਮਾਨੋ ਯੁੱਧ ਦੇ ਮੈਦਾਨ ਵਿੱਚ ਜਿਵੇਂ ਖੂਨ ਦੇ ਪਰਨਾਲੇ ਚੱਲਦੇ ਹੋਣ, ਜਿਵੇਂ ਮੀਂਹ ਪੈਣ ਤੋਂ ਬਾਅਦ ਪਾਣੀ ਜਿਵੇਂ ਪਰਨਾਲਿਆਂ ਰਾਹੀਂ ਛੱਤਾਂ ਤੋਂ ਥੱਲੇ ਆਉਂਦਾ, ਐਵੇਂ ਰਕਸ਼ਾਂ ਦਾ ਖੂਨ ਕਹਿੰਦੇ ਧਰਤੀ ਦੇ ਉੱਪਰ ਆਣ ਕੇ ਡਿੱਗਦਾ। ਉੱਠੇ ਕਾਰ ਨਿਆਣੇ ਰਕਸ਼ ਹਰੜਾਏ, ਕਹਿੰਦੇ ਹੜਹੜਾ ਕੇ ਇਹ ਸਾਰੇ ਰਕਸ਼ ਕਹਿੰਦੇ ਫਿਰ ਉੱਠੇ, ਕਿਉਂਕਿ ਸਰਣਵਤ ਬੀਜ ਦਾ ਜਿਵੇਂ ਜਿਵੇਂ ਖੂਨ ਨਿਕਲਦਾ ਸੀ ਉਹਨੇ ਰਕਸ਼ ਕਹਿੰਦੇ ਹੋਰ ਪੈਦਾ ਹੋ ਜਾਂਦੇ ਸਨ। ਹੱਸਦੇ ਹੱਸਦੇ ਕਹਿੰਦੇ ਫਿਰ ਖੜੇ ਹੋ ਜਾਇਆ ਕਰਨ, ਫਿਰ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਤਿਆਰ ਹੋ ਜਾਇਆ ਕਰਨ। ਧੱਗਾ ਸੰਗਲੀ ਆਲੀ ਸੰਗਰ ਵਾਇਆ, ਰਣ ਭੂਮੀ ਵਿੱਚ ਕਹਿੰਦੇ ਸੰਗਲਾਂ ਵਾਲੇ ਧੋਸੇ, ਭਾਵ ਦੂ ਮੂੰਹਾਂ ਵਾਲੇ ਧੋਸੇ ਵੱਜਣੇ ਸ਼ੁਰੂ ਹੋ ਗਏ। ਬਰਸ਼ੀ ਬੰਬਲੀ ਆਲੀ ਸੂਰੇ ਸੰਗਰੇ, ਚਮਕੀਲੀਆਂ ਬਰਸ਼ੀਆਂ ਇਹਨਾਂ ਨੇ ਹੱਥਾਂ ਵਿੱਚ ਫੜੀਆਂ ਹੋਈਆਂ ਨੇ। ਸੂਰਮੇ ਜੰਗ ਦੇ ਮੈਦਾਨ ਵਿੱਚ ਯੁੱਧ ਕਰਦੇ ਨੇ। ਭੇੜ
ਮੱਚਿਆ ਬੀਰਾਲੀ ਦੁਰਗਾ ਦਾਨਵੀ। ਰਾਖਸ਼ਾਂ ਤੇ ਦੁਰਗਾਂ ਦੇ ਵਿੱਚ ਕਹਿੰਦੇ ਬੜਾ ਭਿਆਨਕ ਕਹਿੰਦੇ ਯੁੱਧ ਮੱਚਿਆ ਹੋਇਆ ਹੈ। ਮਾਰ ਮੱਚੀ ਮੂੰਹ ਰਾਲੀ ਅੰਦਰ ਖੇਤ ਦਾ, ਤੇ ਜੰਗ ਦੇ ਮੈਦਾਨ ਦੇ ਅੰਦਰ ਕਹਿੰਦੇ ਖੂਨ ਦੀਆਂ ਜਿੱਥੇ ਨਦੀਆਂ ਚੱਲਦੀਆਂ ਨੇ, ਆਮੋ ਸਾਹਮਣੇ ਬੜਾ ਤਕੜਾ ਜਿੱਥੇ ਯੁੱਧ ਹੁੰਦਾ। ਜਨ ਨਟ ਲੱਥੇ ਛਾਲੀ ਢੋਲ ਵਜਾਏ ਕੈ, ਤੇ ਸੂਰਮੇ ਕਹਿੰਦੇ ਢੋਲ ਵਜਾ ਵਜਾ ਕੇ ਤੇ ਲੜਨ ਵਾਸਤੇ ਆਉਂਦੇ ਨੇ। ਭਾਵ ਇਹ ਵੀ ਭੱਜਣ ਦਾ ਨਾਮ ਨਹੀਂ ਲੈ ਰਹੇ ਨੇ। ਲਹੂ ਫਾਥੀ ਜਾਲੀ ਲੋਥੀ ਜਮਧੜੀ, ਸੂਰਮਿਆਂ ਦੇ ਸਰੀਰਾਂ ਵਿੱਚੋਂ ਕਹਿੰਦੇ ਖੂਨ ਚੱਲੀ ਜਾਂਦਾ ਹੈ। ਕਹਿੰਦੇ ਕਟਾਰਾਂ ਜਿਹੜੀਆਂ ਇਹਨਾਂ ਦੀਆਂ ਨੇ ਕਹਿੰਦੇ ਉਹ ਖੂਨ ਦੇ ਨਾਲ ਧੋਤੀਆਂ ਗਈਆਂ, ਜਿਵੇਂ ਮੰਨੋ ਕਹਿੰਦੇ ਲਾਲ ਰੰਗ ਦੀਆਂ ਕਹਿੰਦੇ ਮੱਛੀਆਂ ਪਾਣੀ ਦੇ ਵਿੱਚ ਤੈਰਦੀਆਂ ਹੋਣ। ਇੰਨਾ ਕੁ ਕਹਿੰਦੇ ਜੰਗ ਦੇ ਮੈਦਾਨ ਵਿੱਚ ਖੂਨ ਚੱਲੀ ਜਾਂਦਾ। ਘਨ ਵਿੱਚ ਜਿਉਂ ਛੰਛਾਲੀ ਤੇਗਾਂ ਹੱਸੀਆਂ, ਸੂਰਮਿਆਂ ਦੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਬਰਸ਼ੀਆਂ ਤਲਵਾਰਾਂ ਕਹਿੰਦੇ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ, ਤੇ ਕਹਿੰਦੇ ਬਦਲਾਂ ਵਾਂਗੂ ਤੇ ਬਿਜਲੀ ਵਾਂਗੂ ਉਹਨਾਂ ਦੀ ਆਵਾਜ਼ ਆਉਂਦੀ ਹੈ। ਘੁੰਮਰ ਆਰ ਸਿਆਲੀ ਬਣੀਆਂ ਕਿੰਜਮਾਂ, ਸਿਆਲ ਦੀ ਧੁੰਦ ਵਾਂਗੂ ਕਹਿੰਦੇ ਸਾਰੇ ਪਾਸੇ ਧੂੜ ਹੀ ਧੂੜ ਹੋਈ ਪਈ ਹੈ। ਜਿਵੇਂ ਸਰਦੀ ਦੇ ਮਹੀਨੇ ਦੇ ਵਿੱਚ ਸਾਰੇ ਪਾਸੇ ਕਹਿੰਦੇ ਧੂੜ ਹੀ ਧੂੜ ਹੋ ਜਾਂਦੀ ਹੈ ਨਾ, ਠੀਕ ਉਸੇ ਤਰ੍ਹਾਂ ਧੁੰਦ ਵਾਂਗੂ ਕਹਿੰਦੇ ਦਿਨ ਬਣਿਆ ਪਿਆ। ਸਾਰੇ ਪਾਸੇ ਯੁੱਧ ਦੇ ਵਿੱਚ ਕਹਿੰਦੇ ਧੁੰਦ ਹੀ ਧੁੰਦ ਮਚੀ ਪਈ ਹੈ। ਭਾਵ ਕੁਝ ਵੀ ਵਿਖਾਈ ਨਹੀਂ ਦੇ ਰਿਹਾ, ਬਲਕਿ ਸਾਰੇ ਦੈਂਤ ਦੁਰਗਾ ਜਾਣ ਕੇ ਇੱਕ ਦੂਜੇ ਭਰਾਵਾਂ ਨੂੰ ਭਰਾ ਮਾਰੀ ਜਾਂਦੇ ਨੇ। ਇੱਦਾਂ ਦੇ ਭਾਵ ਹਾਲਾਤ ਬਣੇ ਪਏ ਨੇ। ਆਪਾਂ 39 ਪੌੜੀਆਂ ਦੀ ਵਿਚਾਰ ਹੁਣ ਤੱਕ ਕੀਤੀ ਹੈ। ਕੱਲ੍ਹ ਦੇ ਦੀਵਾਨਾਂ ਅੰਦਰ ਆਪਾਂ 40ਵੀਂ ਪੌੜੀ ਦੀ ਵਿਚਾਰ ਜੋ ਕਿ ਆਰੰਭ ਕਰਾਂਗੇ। ਬੋਲਦਿਆਂ ਏਕੜੀਆਂ ਨੇਕਾਂ ਹੀ ਭੁੱਲਾਂ ਚੁੱਕਾ ਹੋ ਗਈਆਂ ਨੇ। ਗੁਰੂ ਔਰ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਆਪ ਸਭ ਸੰਗਤਾਂ ਦਾ ਬਹੁਤ ਧੰਨਵਾਦ। ਦੇਸ਼ਾਂ ਵਿਦੇਸ਼ਾਂ ਦੀਆਂ ਵੀ ਸੰਗਤਾਂ ਦਾ ਬਹੁਤ ਧੰਨਵਾਦ ਜੋ ਇੰਟਰਨੈਟ ਦੇ ਮਾਧਿਅਮ ਦੇ ਰਾਹੀਂ ਘਰ ਘਰ ਦੇ ਅੰਦਰ ਬੈਠ ਕੇ ਤੇ ਚੰਡੀ ਦੀ ਵਾਰ ਦੀ ਆਪ ਸਭ ਸੰਗਤਾਂ ਕਥਾ ਸਰਵਣ ਕਰ ਰਹੇ ਹੋ। ਆਪ ਸਭ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ। ਰੱਬ ਵਰਗੀਆਂ ਸਮੂਹ ਸੰਗਤਾਂ ਜਿਹੜੀਆਂ ਹਰ ਰੋਜ਼ ਹਾਜ਼ਰੀਆਂ ਲਵਾਉਂਦੀਆਂ, ਆਪ ਸਭ ਦਾ ਵੀ ਧੰਨਵਾਦ। ਖਾਲਸਾ ਜੀ .in ਚੈਨਲ ਦਾ ਵੀ ਤਹਿ ਦਿਲ ਤੋਂ ਧੰਨਵਾਦ, ਜਿਨ੍ਹਾਂ ਦੇ ਪਿਆਰ ਔਰ ਪ੍ਰੇਮ ਸਦਕਾ ਘਰ ਘਰ ਦੇ ਅੰਦਰ ਇਹ ਦਸ਼ਮੇਸ਼ ਪਿਤਾ ਜੀ ਦੀ ਬਾਣੀ ਦਾ ਸੰਦੇਸ਼ ਪਹੁੰਚਾਇਆ ਜਾ ਰਿਹਾ ਹੈ। ਸੋ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਜੁੜੀਏ, ਖੰਡੇ ਬਾਟੇ ਦੀ ਪੋਲ ਛਕੀਏ ਤੇ ਆਪਣਾ ਜੀਵਨ ਸਵਾਰੀਏ। ਆਪਣਾ ਜੀਵਨ ਸਵਾਰ ਕੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰੀਏ। कबीर सेवा को दोहे भले एक संत एक राम, राम जो दाता मुकत को संत जपावै नाम। क्योंकि संतां ने ही परमात्मा का नाम जपाउणा है, फिर ही जाके सानूं मुक्ति मिलनी है। संतां महापुरुषां दी संगत करके ते अपना जीवन सवारीए जी। इतनी हाजरी प्रवान करनी, लोक सुखीए परलोक सुहेले, नानक घर प्रभ आपे मेले। वाहिगुरु जी का खालसा, वाहिगुरु जी की फतेह।